ਅੱਜ तक किसी ने उपराला नहीं किया सी और जिहड़ा पिछला साडे कोलों स्टाफ मिलिया ਉਹਨਾਂ ਨੂੰ ਉਹ ਹੰਬਲਨੈਸ ਉਹ ਤਰੀਕਾ ਸੰਗਤ ਦੇ ਨਾਲ ਪੇਸ਼ ਆਉਣ ਦਾ ਨਹੀਂ ਸੀ, ਜਿਹਦੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵਰਕਸ਼ਾਪ ਸ਼ੁਰੂ ਕੀਤੀਆਂ ਨੇ। ਤੇ ਸਾਡਾ ਇੱਕ ਸਭ ਤੋਂ ਵੱਡੀ ਜਿਹੜੀ ਕਮੀ ਰਹੀ ਹੈ ਸਿੱਖ ਧਰਮ ਦੇ ਵਿੱਚ ਖਾਸ ਤੌਰ ਤੇ ਕਿ ਸਿੱਖਾਂ ਨੇ ਜਿਹੜਾ ਇੰਨਾ ਵੱਡਾ ਇਤਿਹਾਸ ਬਣਾਇਆ ਅਸੀਂ ਉਹਨੂੰ ਸੰਭਾਲ ਨਹੀਂ ਸਕੇ। ਈਵਨ ਮੈਂ ਕਹਿ ਸਕਦਾ ਕਿ ਸਰਕਾਰਾਂ ਹੈਲਪਫੁਲ ਨੇ, ਮੈਂ ਦੋਨਾਂ ਦੀ ਗੱਲ ਕਰਾਂਗਾ, ਭਾਵੇਂ ਸੈਂਟਰ ਦੀ ਗੱਲ ਹੋਵੇ ਭਾਵੇਂ ਸਟੇਟ ਦੀ ਗੱਲ ਹੋਵੇ। ਸਾਨੂੰ ਹੁਣ ਸਟੇਟ ਦੀ ਆਪਣੀਆਂ ਇੰਜੀਨੀਅਰਿੰਗ ਕਾਲਜ ਹੈ, ਸਾਡਾ ਪੋਲੀਟੈਕਨਿਕ ਸੀ, ਉਹਨੂੰ ਅਸੀਂ ਕਨਵਰਟ ਕਰਾਇਆ। ਉਹਦੇ ਵਿੱਚ ਸਾਨੂੰ ਬਹੁਤ ਵੱਡੀ ਲੋੜ ਸੀ ਉਸ ਵਕਤ ਦਿੱਲੀ ਸਰਕਾਰ ਦੀ। ਪਹਿਲੀ ਗੱਲ ਤੇ ਇਹ ਸਾਡੇ ਦਿਲਾਂ ਦੇ ਵਿੱਚ ਬੜੇ ਟਾਈਮ ਤੋਂ ਰੋਜ਼ ਸੀ ਕਿ ਕਿਸ ਤਰੀਕੇ ਦੇ ਨਾਲ ਕ੍ਰਿਸਚੈਨਿਟੀ ਵੱਧਦੀ ਜਾ ਰਹੀ ਹੈ। ਕੋਈ ਇੱਕ ਦਿਨ 'ਚ ਨਹੀਂ ਹੋਇਆ, ਇਹ ਲਗਾਤਾਰ ਹੋ ਰਿਹਾ ਸੀ। ਔਰ ਇਹ ਅਸੀਂ ਦੇਖਦੇ ਆਏ ਕਿ ਸ਼੍ਰੋਮਣੀ ਕਮੇਟੀ ਕਦ ਆਪਣੀ ਜ਼ਿੰਮੇਵਾਰੀ ਨਿਭਾਏਗੀ, ਮਗਰ ਸ਼੍ਰੋਮਣੀ ਕਮੇਟੀ ਨੇ ਕੋਈ ਕੰਮ ਧਰਮ ਪ੍ਰਚਾਰ ਨੂੰ ਔਰ ਧਰਮ ਪਰਿਵਰਤਨ ਨੂੰ ਰੋਕਣ ਵਾਸਤੇ ਨਹੀਂ ਕੀਤਾ। ਕਿਉਂਕਿ ਅਗਰ ਅਸੀਂ ਹਿੰਸਕ ਤਰੀਕੇ ਦੇ ਨਾਲ ਚੱਲਾਂਗੇ ਤੇ ਸਾਡੀ ਜਿਹੜੀ ਲਹਿਰ ਹੈ ਜਿਹੜੀ ਜਾਗਰੂਕਤਾ ਦੀ, ਇਹਨੂੰ ਕਿਤੇ ਨਾ ਕਿਤੇ ਸਰਕਾਰਾਂ ਰੁਕਵਾ ਦੇਣਗੀਆਂ ਜਾਂ ਕੁਝ ਹੋਏਗਾ। ਇੱਕ ਜਿਸ ਵਕਤ ਅਸੀਂ ਐਂਟਰ ਕੀਤਾ ਸਾਨੂੰ ਕਿਹਾ ਗਿਆ ਜੀ ਕਿ ਉੱਥੇ ਪੈਸੇ ਦੇ ਕੇ ਕਨਵਰਜਨ ਕੀਤਾ ਜਾਂਦਾ। ਅਸੀਂ ਕਿਹਾ ਕਿ ਪੈਸੇ ਦਾ ਪ੍ਰੋਬਲਮ ਹੀ ਨਹੀਂ ਹੈ, ਇਹ ਪ੍ਰੋਬਲਮ ਸਿਰਫ ਤੇ ਸਿਰਫ ਉਹਨਾਂ ਨੂੰ ਗਾਈਡ ਕਰਨ ਦੀ ਹੈ, ਉਹਨਾਂ ਦੀ ਕਾਉਂਸਲਿੰਗ ਕਰਨ ਦੀ ਹੈ। ਅੱਜ ਡੇਰਿਆਂ ਦਾ ਕਿਉਂਕਿ ਪ੍ਰਭਾਵ ਘਟ ਗਿਆ, ਡੇਰਿਆਂ ਦੇ ਉੱਤੇ ਲੋਕਾਂ ਨੂੰ ਪਤਾ ਚੱਲ ਗਿਆ ਕਿ ਡੇਰੇਵਾਦ ਸਾਰੇ ਗਲਤ ਪਾਸੇ ਵੱਲ ਚੱਲਦੇ ਨੇ ਔਰ ਆਪਣੇ ਪੋਲੀਟੀਕਲ ਬੈਨੀਫਿਟਸ ਵਾਸਤੇ ਡੇਰੇ ਯੂਜ਼ ਹੁੰਦੇ ਨੇ। ਸੋ ਕ੍ਰਿਸਚੈਨਿਟੀ ਜਿਸ ਤਰੀਕੇ ਨਾਲ ਵੱਧ ਰਹੀ ਸੀ, ਅੱਛੀਆਂ ਸਹੂਲਤਾਂ ਮਿਲਣ ਲੱਗ ਪਈਆਂ ਤੇ ਲੋਕ ਜਾਣੇ ਸ਼ੁਰੂ ਹੋ ਗਏ ਉਹਦੇ ਵੱਲ। ਤੇ ਅੱਜ ਜਿਹੜੇ ਬਾਦਲ ਪਰਿਵਾਰ ਨੂੰ ਅਪੋਜ਼ ਵੀ ਕਰ ਰਹੇ ਨੇ, ਖਾਸ ਤੌਰ ਤੇ ਅੱਜ ਉਹਨਾਂ ਦੇ ਸਭ ਤੋਂ ਵੱਡੇ ਸਾਥੀ ਜਿਹੜੇ ਦਿੱਲੀ 'ਚ ਬਣੇ ਆ, ਸਰਦਾਰ ਪਰਮਜੀਤ ਸਿੰਘ ਸਰਨਾ, ਇਹ ਹੀ ਵਾਸ ਦੀ ਮੇਨ ਮੈਨ ਕਿ ਜਿਹੜੇ ਇਹਨਾਂ ਨੇ ਜਾ ਕੇ ਹੁੱਡਾ ਸਰਕਾਰ ਤੋਂ ਇਹ ਕਮੇਟੀ ਬਣਵਾਉਣ ਦਾ ਪ੍ਰਪੋਜ਼ਲ ਰੱਖਿਆ ਸੀ। ਆਪਣੇ ਨਿੱਜੀ ਸਵਾਰਥ ਪਿੱਛੇ ਕਿਸੇ ਵਕਤ ਵੀ ਯੂ ਟਰਨ ਮਾਰ ਲੈਂਦੇ ਨੇ ਔਰ ਜਿਹੜੇ ਆਪਣੇ ਆਪ ਨੂੰ ਇਹੋ ਜਿਹੇ ਵੱਡੇ ਲੀਡਰ ਕਹਿਲਾਉਂਦੇ ਨੇ, ਸਰਨਾ ਸਾਹਿਬ ਵਰਗੇ, ਜਿਨ੍ਹਾਂ ਨੇ ਅੱਜ ਹਰਿਆਣਾ ਕਮੇਟੀ ਨੂੰ ਤੋੜਨ ਦੀ SGPC ਤੋਂ ਸਭ ਤੋਂ ਵੱਡਾ ਰੋਲ ਸੀ ਔਰ ਅੱਜ ਉਹਨਾਂ ਦੀ ਬਾਦਲ ਸਾਹਿਬ ਦੀ ਹਿਮਾਇਤ ਕਰਨ ਵਿੱਚ ਉਹ ਨਾਲ ਜੁੜ ਗਏ। ਪਹਿਲੀ ਗੱਲ ਤੇ ਨਾ ਮੇਰੀ ਕੋਈ ਉਹਨਾਂ ਨਾਲ ਜਾਣ ਪਛਾਣ ਹੈ ਤੇ ਨਾ ਮੈਨੂੰ ਉਹਨਾਂ ਬਾਰੇ ਕੋਈ ਜ਼ਿਆਦਾ ਡਿਟੇਲ ਪਤਾ ਹੈ, ਬਟ ਮੈਨੂੰ ਪਤਾ ਹੈ ਕਿ ਇੱਕ ਨੌਜਵਾਨ ਅੱਜ ਦੀ ਡੇਟ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਦਾ, ਖੰਡੇ ਬਾਟੇ ਦੀ ਪੌਲ ਦੀ ਗੱਲ ਕਰਦਾ ਤੇ ਉਹਦਾ ਸਾਥ ਲੋਕਾਂ ਨੂੰ ਦੇਣਾ ਚਾਹੀਦਾ ਹੈ। ਨਾ ਇਹਨਾਂ ਨੂੰ ਪਤਾ ਹੈ, ਹੁਣ ਭਗਵੰਤ ਮਾਨ ਜੀ ਦੇ ਬਾਰੇ ਮੈਂ ਕੀ ਕਹਾਂ ਕਿ ਜਿਸ ਆਦਮੀ ਨੂੰ ਇੰਨੀ ਨਹੀਂ ਪਤਾ ਕਿ ਮੈਂ ਇੱਕ ਪੰਜਾਬ ਦੇ ਵਿੱਚ ਇੱਕ ਬਾਈ ਇਲੈਕਸ਼ਨ ਚੱਲ ਰਹੀ ਹੈ, ਉਹਦੇ ਵਿੱਚ ਉਹ ਅਰਵਿੰਦ ਕੇਜਰੀਵਾਲ ਵਰਗੇ ਦੀ ਗੱਡੀ ਦੇ ਪਿੱਛੇ ਲਟਕ ਕੇ ਪੰਜਾਬ ਦਾ CM ਖੜੇ ਹੋਏਗਾ ਤੇ ਤੁਸੀਂ ਉੱਥੋਂ ਅਸੈਸ ਕਰ ਸਕਦੇ ਹੋ ਕਿ ਪੰਜਾਬ ਦੇ CM ਨੂੰ ਕਿੰਨੀ ਕੁ ਨੌਲੇਜ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ ਦੀ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੁਡੇ ਦੇ ਖਾਸ ਪ੍ਰੋਗਰਾਮ ਸ਼ਖਸੀਅਤ ਟੁਡੇ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਹਰ ਇੱਕ ਉਸ ਸ਼ਖਸੀਅਤ ਦੇ ਨਾਲ ਮਿਲਾਉਂਦੇ ਨੇ ਜਿਨ੍ਹਾਂ ਨੇ ਸਮਾਜ ਦੇ ਵਿੱਚ ਕੁਝ ਅਜਿਹੀ ਚੀਜ਼ਾਂ ਕੀਤੀਆਂ ਨੇ ਜਿਹੜੀ ਕਿ ਇੱਕ ਮਿਸਾਲ ਬਣੀਆਂ ਨੇ। ਅੱਜ ਤੁਹਾਡੀ ਮੁਲਾਕਾਤ ਕਰਵਾ ਰਹੇ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਤੁਹਾਡਾ ਪੰਜਾਬ ਟੁਡੇ ਦੇ ਵਿੱਚ। ਸਰ, ਸਿੱਖਾਂ ਦੇ ਲਈ ਕੰਮ ਕਰ ਰਹੇ ਹੋ, ਐਜੂਕੇਸ਼ਨ ਦੇ ਲਈ ਕੰਮ ਕਰ ਰਹੇ ਹੋ, ਜਦ ਤੋਂ ਤੁਸੀਂ ਆਪਣਾ ਅਹੁਦਾ ਸੰਭਿਆ ਹੈ ਕਿੰਨੇ ਕੀ ਚੈਲੰਜਸ ਤੁਹਾਨੂੰ ਇੱਥੇ ਮਿਲੇ ਤੇ ਹੁਣ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ? ਦੇਖੋ, ਗੁਰੂ ਘਰ ਦੇ ਵਿੱਚ ਕੰਮਾਂ ਦੇ ਵਿੱਚ ਕਿਉਂਕਿ ਬਹੁਤ ਸਾਰੇ ਸਾਡੇ ਕੋਲ ਵੱਖਰੇ ਵੱਖਰੇ ਅਦਾਰੇ ਨੇ। ਸਭ ਤੋਂ ਪਹਿਲਾਂ ਗੁਰੂ ਘਰ ਦੀਆਂ ਸੇਵਾ ਸੰਭਾਲ, ਧਰਮ ਪ੍ਰਚਾਰ ਦਾ ਪ੍ਰਸਾਰ ਔਰ ਨਾਲ ਐਜੂਕੇਸ਼ਨ ਦੀ ਗੱਲ ਔਰ ਨਾਲ ਮੈਡੀਕਲ ਲਾਈਨਸ ਦੀ ਗੱਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਮੁੱਖ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚੱਲ ਰਹੀ ਔਰ ਚੈਲੰਜਸ ਇਹਦੇ ਲਈ ਡੇਲੀ ਨਵੇਂ ਚੈਲੰਜਸ ਨੇ। ਸਭ ਤੋਂ ਪਹਿਲੇ ਅਗਰ ਅਸੀਂ ਗੱਲ ਕਰੀਏ ਗੁਰਦੁਆਰਿਆਂ ਦੇ ਸੰਭਾਲ ਦੀ, ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਤੋਂ, ਕਿਉਂਕਿ ਜਿਹੜਾ ਸਟਾਫ ਅਸੀਂ ਭਰਦੇ ਹਾਂ ਉਸ ਸਟਾਫ ਨੂੰ ਐਜੂਕੇਟ ਕਰਨਾ, ਉਹਨੂੰ ਮਰਿਆਦਾ ਦੇ ਨਾਲ ਉਹਨੂੰ ਸਮਝਾਉਣਾ, ਇਹਦੇ ਲਈ ਅੱਜ ਤੱਕ ਕਿਸੇ ਨੇ ਉਪਰਾਲਾ ਨਹੀਂ ਕੀਤਾ ਸੀ। ਔਰ ਜਿਹੜਾ ਪਿਛਲਾ ਸਾਡੇ ਕੋਲੋਂ ਸਟਾਫ ਮਿਲਿਆ ਉਹਨਾਂ ਨੂੰ ਉਹ ਹੰਬਲਨੈਸ ਉਹ ਤਰੀਕਾ ਸੰਗਤ ਦੇ ਨਾਲ ਪੇਸ਼ ਆਉਣ ਦਾ ਨਹੀਂ ਸੀ, ਜਿਹਦੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵਰਕਸ਼ਾਪ ਸ਼ੁਰੂ ਕੀਤੀਆਂ ਨੇ ਕਿ ਉਹਨਾਂ ਸਟਾਫ ਨੂੰ ਅਸੀਂ ਸੰਗਤਾਂ ਦੇ ਅੱਗੇ ਜਿਨ੍ਹਾਂ ਨੇ ਰੂਬਰੂ ਹੋਣਾ ਹੈ, ਸੰਗਤਾਂ ਨੂੰ ਰੋਜ਼ ਮਿਲਣਾ ਹੈ, ਉਹਨਾਂ ਨੂੰ ਕਿਸ ਕਾਈਂਡਨੈਸ ਦੇ ਨਾਲ, ਕਿਸ ਹੰਬਲਨੈਸ ਦੇ ਨਾਲ ਉਹਨਾਂ ਨੂੰ ਸਮਝਾਉਣਾ ਹੈ। ਗੁਰੂ ਘਰ ਦੇ ਸਾਡੇ ਜਿਹੜੇ ਵਜ਼ੀਰ ਨੇ ਸਾਰੇ, ਉਹ ਕਿਸ ਤਰੀਕੇ ਦੇ ਨਾਲ ਸੰਗਤਾਂ ਨੂੰ ਉਹ ਕਰਨ, ਇਹਦੇ ਅਸੀਂ ਸੈਮੀਨਾਰਸ ਲਗਾਉਣੇ ਸ਼ੁਰੂ ਕੀਤੇ ਨੇ। ਜਿਹੜੀ ਸਭ ਤੋਂ ਮੁੱਖ ਮੈਂ ਸਮਝਦਾ ਕਿ ਜ਼ਿੰਮੇਵਾਰੀ ਜਿੱਥੋਂ ਸ਼ੁਰੂਆਤ ਹੁੰਦੀ ਹੈ। ਉਸ ਤੋਂ ਬਾਅਦ ਅਗਰ ਪ੍ਰਚਾਰ ਪ੍ਰਸਾਰ ਦੀ ਗੱਲ ਕਰੀਏ ਧਰਮ ਦੇ, ਤੇ ਸਾਡਾ ਇੱਕ ਸਭ ਤੋਂ ਵੱਡੀ ਜਿਹੜੀ ਕਮੀ ਰਹੀ ਹੈ ਸਿੱਖ ਧਰਮ ਦੇ ਵਿੱਚ ਖਾਸ ਤੌਰ ਤੇ
ਕਿ ਸਿੱਖਾਂ ਨੇ ਜਿਹੜਾ ਇੰਨਾ ਵੱਡਾ ਇਤਿਹਾਸ ਬਣਾਇਆ ਅਸੀਂ ਉਹਨੂੰ ਸੰਭਾਲ ਨਹੀਂ ਸਕੇ, ਔਰ ਉਹ ਸੰਭਾਲਣ ਤੋਂ ਬਾਅਦ ਅਸੀਂ ਲੋਕਾਂ ਨੂੰ ਪ੍ਰਚਾਰ ਨਹੀਂ ਕਰ ਸਕੇ। ਪ੍ਰਸਾਰ, ਕਿਉਂਕਿ ਅਗਰ ਪ੍ਰਸਾਰ ਕੀਤਾ ਹੁੰਦਾ ਤੇ ਇਹ ਸੰਭਲਿਆ ਵੀ ਜਾਣਾ ਸੀ। ਸੋ ਉਸ ਇਤਿਹਾਸ ਨੂੰ ਅਸੀਂ ਲੋਕਾਂ ਤੱਕ ਲੈ ਕੇ ਆਉਣਾ, ਮੁੱਢਲੀ ਜਿੱਥੋਂ ਅਸੀਂ ਸਭ ਤੋਂ ਬੇਸਿਕ ਸ਼ੁਰੂ ਕਰਦੇ ਹਾਂ ਕਿ ਜਿੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਸਭ ਕੁਝ ਹੈ, ਅਸੀਂ ਉਹਦੇ ਮੂਲ ਆਧਾਰ ਕੀ ਹੈ ਉਹਦਾ, ਅਸੀਂ ਉਹ ਸੰਗਤਾਂ ਤੱਕ ਨਹੀਂ ਪਹੁੰਚਾ ਸਕੇ ਅੱਜ ਤੱਕ। ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਧਰਮ ਪ੍ਰਚਾਰ ਕਮੇਟੀ ਦੀ ਜ਼ਿੰਮੇਵਾਰੀ ਲਾਈ ਕਿ ਸਾਡੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹਦੇ ਵਿੱਚ ਜਿੰਨੇ ਬਾਣੀਕਾਰ ਨੇ, ਜਿਨ੍ਹਾਂ ਨੇ ਬਾਣੀਆਂ ਰਚੀਆਂ ਨੇ, ਉਹਨਾਂ ਦੇ ਇਤਿਹਾਸ ਨੂੰ ਲੋਕਾਂ ਤੱਕ ਘਰ ਦੇ ਪਹੁੰਚਾਉਣ ਦੀ ਗੱਲ ਕਰੋ, ਕਿਉਂਕਿ ਉਹਨਾਂ ਦੇ ਵਿੱਚ ਭਗਤ ਸਾਹਿਬਾਨ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਗੁਰੂ ਕੇ ਸਿੱਖਾਂ ਦੀ ਬਾਣੀ ਹੈ, ਗੁਰੂ ਮਹਾਰਾਜ ਦੀ ਆਪਣੀ ਬਾਣੀ ਹੈ। ਜੇ ਅਸੀਂ ਉਸ ਦੇ ਵਿੱਚ ਕੋਈ ਕਾਸਟਿਜ਼ਮ ਦਾ ਫਰਕ ਸਾਡੇ ਗੁਰੂਆਂ ਨੇ ਨਹੀਂ ਰੱਖਿਆ, ਜੇ ਅਸੀਂ ਰਵਿਦਾਸ ਜੀ ਦੀ ਗੱਲ ਕਰੀਏ, ਬਾਬਾ ਨਾਮਦੇਵ ਜੀ ਦੀ ਗੱਲ ਕਰੀਏ, ਜੁਲਾਇਆਂ ਦੀ ਬਾਣੀ ਇਹਦੀ 'ਚ ਹੈਗੀ ਹੈ, ਅਲੱਗ-ਅਲੱਗ ਕਾਸਟ ਦੇ ਨੇ, ਤੇ ਸਾਡਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਅੱਜ ਕਾਸਟਿਜ਼ਮ ਦੇ ਉੱਤੇ ਲੋਕਾਂ ਦੇ ਨਾਲ ਕਿੰਤੂ ਪਰੰਤੂ ਕਰੀਏ। ਅੱਜ ਜਿਹੜਾ ਸਭ ਤੋਂ ਵੱਡਾ ਇਸ਼ੂ ਮੈਂ ਸਮਝਦਾ ਕਿ ਖਾਸ ਤੌਰ 'ਤੇ ਸਿੱਖ ਕਮਿਊਨਿਟੀ 'ਚ ਵੱਧ ਗਿਆ ਇਹ ਕਾਸਟਿਜ਼ਮ ਨਾਲ, ਔਰ ਜਿਹਦੇ ਕਰਕੇ ਪਹਿਲੇ ਡੇਰਾਵਾਦ ਵਧਿਆ ਪੰਜਾਬ ਦੇ ਵਿੱਚ, ਔਰ ਹੁਣ ਲੋਕ ਸਾਡੇ ਜਿਹੜੇ ਕ੍ਰਿਸਚੈਨਿਟੀ ਵੱਲ ਜਾ ਰਹੇ ਨੇ। ਇਹ ਗੱਲਾਂ ਨੂੰ ਇਹ ਮੁੱਢਲੀ ਜਿਹੜੀ ਮੈਂ ਕਹਿੰਦਾ ਪ੍ਰਾਇਮਰੀ ਜਿਹੜੀ ਐਜੂਕੇਸ਼ਨ ਹੈ ਇਹ ਦੇਣੀ ਬੜੀ ਜ਼ਰੂਰੀ ਸੀ। ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ, ਔਰ ਅੱਜ ਦਿੱਲੀ ਦੇ ਹਰ ਵਾਰਡਾਂ ਦੇ ਵਿੱਚ ਇਹ ਪ੍ਰੋਗਰਾਮ ਕੀਤੇ ਜਾਂਦੇ ਨੇ। ਉਹਦੇ ਵਿੱਚ ਜਿਹੜੇ ਵੀ ਇੱਕ ਭਗਤ ਸਾਹਿਬ ਜਾਂ ਭੱਟ ਸਾਹਿਬ ਜਾਂ ਗੁਰੂ ਕੇ ਸਿੱਖ, ਇਹ ਜਿਨ੍ਹਾਂ ਦੀ ਵੀ ਵਾਰੀ ਆਉਂਦੀ ਹੈ, ਉਹਨਾਂ ਸਾਰਿਆਂ ਦੀ ਲੜੀਵਾਰ ਪ੍ਰੋਗਰਾਮ ਚੱਲ ਰਹੇ ਨੇ ਲੋਕਾਂ ਨੂੰ ਇਤਿਹਾਸ ਬਾਰੇ। ਉਸ ਤੋਂ ਇਲਾਵਾ ਜਿਹੜਾ ਵੀ ਸਾਡਾ ਇਤਿਹਾਸ ਹੈ, ਚਾਹੇ ਉਹ ਬਾਬਾ ਮੱਖਣ ਸ਼ਾਹ ਲੁਬਾਣੇ ਦਾ ਹੋਏ, ਲੱਖੀ ਸ਼ਾਹ ਵਣਜਾਰੇ ਦਾ ਹੋਏ, ਬਾਬਾ ਬੰਦਾ ਸਿੰਘ ਬਹਾਦਰ ਦਾ ਹੋਏ, ਦਿੱਲੀ ਨੂੰ ਫਤਿਹ ਕਰਨ ਦਾ ਇਤਿਹਾਸ ਹੋਏ, ਇਹ ਸਾਰੀਆਂ ਜਿਹੜਾ ਇਤਿਹਾਸ ਹੈ ਅਸੀਂ ਸੰਗਤਾਂ ਤੱਕ ਪਹੁੰਚਾਉਣ ਦੀ ਗੱਲ ਕਰ ਰਹੇ ਹਾਂ। ਇਹ ਧਰਮ ਪ੍ਰਚਾਰ ਪ੍ਰਸਾਰ ਦੀ ਗੱਲ। ਔਰ ਉਹਦੇ ਇਲਾਵਾ ਜਿਹੜਾ ਅਸੀਂ ਵਿੰਗ ਖੋਲ੍ਹਿਆ ਅੰਮ੍ਰਿਤਸਰ ਸਾਹਿਬ, ਉੱਥੋਂ ਅਸੀਂ ਜਿਹੜਾ ਪ੍ਰਚਾਰ ਪ੍ਰਸਾਰ ਉੱਥੇ ਦੇ ਪਿੰਡਾਂ ਦੇ ਵਿੱਚ ਜਾ ਕੇ ਬੇਸਿਕ ਜਿਹੜੀਆਂ ਪ੍ਰੋਬਲਮਸ ਲੱਭੀਆਂ ਨੇ ਕਿ ਸਾਡੇ ਬੱਚੇ ਜਾਂ ਸਾਡੇ ਸਿੱਖ ਪਰਿਵਾਰ ਕਿਉਂ ਕ੍ਰਿਸਚੈਨਿਟੀ ਜਾ ਰਹੇ ਨੇ, ਉੱਥੇ ਵੱਖਰਾ ਪ੍ਰਚਾਰ ਪ੍ਰਸਾਰ ਦੀ ਗੱਲ ਹੋ ਰਹੀ ਹੈ। ਸੋ ਇਹਦੇ ਇਲਾਵਾ ਜਦ ਹੁਣ ਚੈਲੰਜਸ ਦੂਜੇ ਵਾਲੇ ਪਾਸੇ ਆਈਏ, ਧਰਮ ਪ੍ਰਚਾਰ ਤੋਂ ਇਲਾਵਾ ਐਜੂਕੇਸ਼ਨ ਨੂੰ ਲੈ ਲਈਏ। ਐਜੂਕੇਸ਼ਨ ਦੇ ਵਿੱਚ ਜਿਸ ਵਕਤ ਅਸੀਂ ਆਏ ਹਾਂ, ਬਹੁਤ ਵੱਡਾ ਚੈਲੰਜ ਸੀ ਕਿ ਕੋਵਿਡ ਦੇ ਸਮਾਂ ਨਿਕਲਿਆ ਸੀ। ਕੋਵਿਡ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਪਰਿਵਾਰ ਜਿਹੜੇ ਅਫੋਰਡ ਨਹੀਂ ਕਰ ਸਕਦੇ ਸੀ, ਉਹਨਾਂ ਲੋਕਾਂ ਦੀਆਂ ਫੀਸਾਂ ਸੀ ਜਿਹੜੀਆਂ ਬੱਚਿਆਂ ਦੀਆਂ, ਉਹ ਸਾਲ ਡੇਢ ਸਾਲ ਦੀਆਂ ਹੋ ਗਈਆਂ। ਉਹਦੇ ਕਰਕੇ ਦਿੱਲੀ ਗਵਰਨਮੈਂਟ ਨੇ ਇੱਕ ਪਾਲਿਸੀ ਕੱਢੀ ਹੋਈ ਹੈ ਕਿ ਤੁਸੀਂ ਬਿਨਾਂ ਟਰਾਂਸਫਰ ਸਰਟੀਫਿਕੇਟ ਦੇ ਸਾਡੇ ਕੋਲੋਂ ਸਕੂਲਾਂ 'ਚ ਐਡਮਿਸ਼ਨਸ ਲੈ ਲਓ। ਤਾਂ ਸਾਡਾ ਐਡਮਿਸ਼ਨਸ ਬੜੀਆਂ ਡਾਊਨ ਹੋ ਗਈਆਂ, ਔਰ ਸਾਡੀਆਂ ਦੇਣਦਾਰੀਆਂ, ਕਿਉਂਕਿ 6 ਪੇ ਦਾ ਵੀ ਪਹਿਲੇ ਬਹੁਤ ਏਰੀਆ ਚੱਲ ਰਿਹਾ ਸੀ, 7 ਪੇ ਦਾ ਅਲੱਗ ਬਰਡਨ ਬਣ ਗਿਆ, ਔਰ ਇਹ ਜਿਹੜੀਆਂ ਕੋਰਟਾਂ ਦੇ ਵਿੱਚ ਸਾਡੇ ਲੋਕ ਚਲੇ ਗਏ, ਉਹਨਾਂ ਨੂੰ ਸਾਰੇ ਅਸੀਂ ਦੇਣਾ ਇੱਕ ਬੜਾ ਵੱਡਾ ਚੈਲੰਜ ਸੀ। ਮਗਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਕੋਰਟਾਂ 'ਚ ਜਾ ਕੇ ਅਸੀਂ, ਕਿਉਂਕਿ ਗੁੱਡਵਿਲ ਬਣਾਈ ਸੀ ਆਪਣੀ ਸੇਵਾ ਦੇ ਮਾਧਿਅਮ ਦੇ ਉੱਤੇ ਜੱਜਸ ਵਗੈਰਾ ਦੇ ਨਾਲ, ਉਹਨਾਂ ਨੇ ਫੈਸਲੇ ਲੈ ਕੇ ਜਿਹੜੀਆਂ ਸਾਨੂੰ ਪੋਸਟ ਡੇਟਡ ਸਾਡੇ ਕੋਲ ਚੈੱਕਸ ਲੈ ਕੇ ਜੋ ਸਟਾਫ ਨੂੰ ਦਿੱਤੇ ਗਏ, ਔਰ ਤਕਰੀਬਨ ਅੱਧਾ ਸਾਡਾ ਸਿਰ ਤੋਂ ਪਾਰ ਹਲ ਗਿਆ। 4 ਮਹੀਨੇ ਦੇ ਵਿੱਚ ਧੀਰੇ ਧੀਰੇ ਘਟੀ ਜਾ ਰਿਹਾ। ਇਹ 4 ਮਹੀਨੇ ਦੇ ਵਿੱਚ ਅਸੀਂ ਬਿਲਕੁਲ ਇਸ ਚੀਜ਼ ਤੋਂ ਮੈਂ ਸਮਝਦਾ ਕਿ ਇਜਾਜ਼ਤ ਪਾ ਜਾਵਾਂਗੇ ਕਿ ਸਾਡਾ ਜਿਹੜਾ ਪੁਰਾਣਾ 6 ਪੇ ਦਾ ਜਿਹੜਾ ਏਰੀਅਜ਼ ਹੈ ਉਹ ਨਹੀਂ ਦੇਣਾ ਹੋਏਗਾ। ਜਿਹੜੀਆਂ ਸੈਲਰੀਜ਼ ਨੇ ਉਹ ਰੈਗੂਲਰ ਜਾਣੀਆਂ ਸ਼ੁਰੂ ਹੋ ਜਾਣਗੀਆਂ। ਜਿਹੜੀਆਂ ਇਹ ਪ੍ਰੋਬਲਮ ਫਾਈਨੈਂਸ਼ੀਅਲ ਪ੍ਰੋਬਲਮ ਜਿਹੜੀਆਂ ਆਈਆਂ ਸਕੂਲਾਂ ਨੂੰ ਲੈ ਕੇ, ਇਹ ਬੜਾ ਵੱਡਾ ਚੈਲੰਜ ਸੀ। ਚੈਲੰਜ ਉਹਦੇ ਨਾਲ ਜਿਸ ਤਰ੍ਹਾਂ ਮੈਡੀਕਲ ਲਾਈਨ ਅਸੀਂ ਸ਼ੁਰੂ ਕੀਤੀ ਹੈ, ਮੈਡੀਕਲ ਲਾਈਨ ਦੇ ਵਿੱਚ ਸਾਡੇ ਤੋਂ ਪਹਿਲੇ ਜਦ ਮੈਂ ਜਨਰਲ ਸੈਕਟਰੀ ਸੀ, ਕੋਵਿਡ ਦੇ ਸਮੇਂ ਦੇ ਵਿੱਚ ਅਸੀਂ ਜਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਆਪਣੀ ਸੇਵਾ ਦੇ ਨਾਲ ਕਮਾਇਆ ਨਾਮ, ਫ੍ਰੀ ਡਾਇਲਿਸਿਸ ਹਸਪੀਟਲ ਸ਼ੁਰੂ ਕੀਤੇ ਆ, ਔਰ ਅੱਜ ਉੱਥੇ ਗੁਰਦੁਆਰਾ ਬੰਗਲਾ ਸਾਹਿਬ MRIs ਫ੍ਰੀ ਹੋ ਰਹੀਆਂ ਨੇ, CT ਸਕੈਨ ਫ੍ਰੀ ਹੋ ਰਹੇ ਆ 50 ਰੁਪਏ ਦੇ ਵਿੱਚ ਸਿਰਫ, ਔਰ ਹੁਣ ਮੈਮੋਗ੍ਰਾਫੀ ਦੇ ਟੈਸਟ ਅਸੀਂ ਸ਼ੁਰੂ ਕੀਤੇ ਨੇ। ਲੇਟੈਸਟ ਇਕਵਿਪਡ ਜਿਹੜੀ ਅਸੀਂ ਡਿਜੀਟਲ ਲੈਬ ਉਹ ਸ਼ੁਰੂ ਕਰਨ ਜਾ ਰਹੇ ਆ। ਕਾਰਡੀਓਲੋਜੀ ਦਾ ਸੈਂਟਰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬੰਗਲਾ ਸਾਹਿਬ। ਸੋ ਮੈਡੀਕਲ ਲਾਈਨ ਨੂੰ ਜਿੰਨਾ ਅਸੀਂ ਅਪਡੇਟ ਕਰ ਲਈਏ, ਕਿਉਂਕਿ ਕੈਂਸਰ ਦੀ ਬੜੀ ਵੱਡੀ ਬਿਮਾਰੀਆਂ ਚੱਲ ਰਹੀਆਂ, ਸਾਡਾ ਅਗਲਾ ਟਾਰਗੇਟ ਹੈ ਕਿ ਅਸੀਂ ਕੀਮੋਥੈਰੇਪੀਜ਼ ਵਗੈਰਾ ਵੀ ਸ਼ੁਰੂ ਕਰਾਂਗੇ। ਗੁਰਦੁਆਰਾ ਬਾਲਾ ਸਾਹਿਬ ਵਿਖੇ ਜਿਹੜਾ ਸਾਡਾ 125 ਬੈੱਡ ਦਾ ਅਸੀਂ ਹਸਪੀਟਲ ਤਿਆਰ ਕੀਤਾ ਸੀ, ਬਟ ਡਿਊ ਟੂ ਇਲੈਕਸ਼ਨਸ ਇਹ ਫਿਰ ਰਾਜਨੀਤੀ ਦਾ ਸ਼ਿਕਾਰ ਹੋ ਗਿਆ। ਅਤੇ ਸਾਨੂੰ ਉਸ ਵਕਤ, ਕਿਉਂਕਿ ਅਸੀਂ ਇੱਕ ਪੈਰਾਡੈਮਿਕ ਵਿੰਗ ਬਣਾਇਆ ਸੀ, ਉਹਦੇ ਬਾਅਦ ਜਿਸ ਵਕਤ ਉਹ ਸਾਨੂੰ ਬੰਦ ਕਰਨਾ ਪੈ ਗਿਆ ਕਿਉਂਕਿ ਇਲੈਕਸ਼ਨਸ ਆ ਗਈਆਂ ਸੀ, ਔਰ ਸਾਡੇ ਆਪੋਜੀਸ਼ਨ ਵਾਲਿਆਂ ਨੇ ਸਾਨੂੰ ਇਹ ਬੰਦ ਕਰਵਾਉਣ ਵਾਸਤੇ ਕੋਰਟ ਤੋਂ ਪਰਮਿਸ਼ਨ ਲੈ ਕੇ ਆਏ। ਉਹਨੂੰ ਠੀਕ ਕਰਾਉਣ ਤੋਂ ਬਾਅਦ ਜਦ ਅਸੀਂ ਸ਼ੁਰੂ ਕਰਨ ਲੱਗੇ, ਤੇ ਜਿਹੜੀਆਂ ਬੇਸਿਕ ਉੱਥੇ OPD ਸ਼ੁਰੂ ਕਰਨ ਵਾਸਤੇ ਜੋ ਪਰਮਿਸ਼ਨਸ ਨੇ ਉਹਨੂੰ ਅਸੀਂ ਲੈ ਲਿਆ। ਤਕਰੀਬਨ 95% ਮੈਂ ਕਹਿ ਸਕਦਾ ਕਿ ਕਲੀਅਰ ਹੋ ਗਈ ਹੈ। ਵਿਦਇਨ ਨੈਕਸਟ 2 ਮੰਥਸ ਅਸੀਂ ਸਾਰਾ ਕਲੀਅਰ ਕਰਕੇ, ਉਹ 125 ਬੈੱਡ ਦਾ ਹਸਪੀਟਲ ਹੈ। ਅੱਜ ਉੱਥੇ ਜਿਹੜਾ ਆਪਰੇਸ਼ਨ ਥੀਏਟਰ ਵੀ ਸ਼ੁਰੂ ਬਣ ਰਿਹਾ ਇਸ ਵਕਤ। ਜਿਹੜੀ OPD ਅਸੀਂ ਸ਼ੁਰੂ ਕਰਨੀ ਸੀ, ਉੱਥੇ
ਸਾਰਾ ਉਹ ਉੱਥੇ ਇਸ ਵਕਤ ਜਿਹੜੀਆਂ ਸਾਡੀਆਂ ਸਿਵਲ ਵਰਕ ਚੱਲ ਰਿਹਾ। ਬਾਕੀ ਜਿੱਥੇ ਪੈਰਾਡੈਮਿਕ ਵਿੰਗ ਸੀ 125 ਦਾ, ਅਸੀਂ ਸਾਰੇ ਉਸ ਨੂੰ ਆਪਰੇਟ ਕਰਕੇ ਇਹ 2 ਮਹੀਨੇ ਦੇ ਵਿੱਚ ਇਸ ਹਸਪੀਟਲ ਨੂੰ ਗੁਰੂ ਮਹਾਰਾਜ ਸਾਨੂੰ ਹਿੰਮਤ ਬਖਸ਼ਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਤੋਂ ਪਹਿਲੇ ਇਹ ਹਸਪੀਟਲ ਵੀ ਚਲਾ ਦਿਆਂਗੇ। ਸੋ ਇਹ ਸਾਰੇ ਚੈਲੰਜਸ ਰੋਜ਼ਮਰਾ ਦੇ ਆਉਂਦੇ ਨੇ। ਇਹਦੇ ਇਲਾਵਾ ਕਿਉਂਕਿ ਇੱਕ ਪੋਲੀਟੀਕਲ ਸਿਸਟਮ ਦੇ ਨਾਲ ਅਸੀਂ ਸਾਰੇ ਆਉਂਦੇ ਹਾਂ ਤੇ ਰੋਜ਼ ਜਿਹੜੀਆਂ ਪੋਲੀਟੀਕਲ ਚੈਲੰਜਸ ਆਉਂਦੇ ਨੇ ਉਹ ਵੱਖਰੀਆਂ ਨੇ। ਸਰਕਾਰਾਂ ਦਾ ਕਿੰਨਾ ਕੁ ਸਹਿਯੋਗ ਰਹਿੰਦਾ ਹੈ? ਦੇਖੋ, ਸਰਕਾਰਾਂ ਦੇ ਨਾਲ ਜੇ ਸਰਕਾਰਾਂ ਦੇ ਨਾਲ ਟਕਰਾਅ 'ਚ ਰਹੋਗੇ ਤੇ ਕੋਈ ਸਹਿਯੋਗ ਨਹੀਂ ਹੈ। ਜੇ ਸਰਕਾਰਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਗੱਲਾਂ ਕਰਕੇ ਆਪਣੇ ਸਿੱਖਾਂ ਦੀਆਂ ਡਿਮਾਂਡਸ ਟੇਬਲਾਂ ਤੇ ਬੈਠ ਕੇ ਡਿਸਕਸ ਕਰੋਗੇ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਇਹੋ ਜਿਹਾ ਸਾਨੂੰ ਕੋਈ ਸਰਕਾਰਾਂ ਵੱਲੋਂ ਪ੍ਰੋਬਲਮ ਆ ਰਹੀ ਹੈ। ਈਵਨ ਮੈਂ ਕਹਿ ਸਕਦਾ ਕਿ ਸਰਕਾਰਾਂ ਹੈਲਪਫੁਲ ਨੇ। ਮੈਂ ਦੋਨਾਂ ਦੀ ਗੱਲ ਕਰਾਂਗਾ, ਭਾਵੇਂ ਸੈਂਟਰ ਦੀ ਗੱਲ ਹੋਵੇ ਭਾਵੇਂ ਸਟੇਟ ਦੀ ਗੱਲ ਹੋਵੇ। ਸਾਨੂੰ ਹੁਣ ਸਟੇਟ ਦੀ ਆਪਣੀਆਂ ਇੰਜੀਨੀਅਰਿੰਗ ਕਾਲਜ ਹੈ, ਸਾਡਾ ਪੋਲੀਟੈਕਨਿਕ ਸੀ, ਉਹਨੂੰ ਅਸੀਂ ਕਨਵਰਟ ਕਰਾਇਆ। ਉਹਦੇ ਵਿੱਚ ਸਾਨੂੰ ਬਹੁਤ ਵੱਡੀ ਲੋੜ ਸੀ ਉਸ ਵਕਤ ਦਿੱਲੀ ਸਰਕਾਰ ਦੀ। ਮਨੀਸ਼ ਸਿਸੋਦੀਆ ਜੀ ਨੇ ਸਾਡਾ ਕੰਮ ਕਰਕੇ ਦਿੱਤਾ। ਸੋ ਜੇ ਤੇ ਮੈਂ ਸਰਕਾਰਾਂ ਨੂੰ ਹਰ ਗੱਲ ਦੇ ਉੱਤੇ ਤਕਰਾਰ 'ਚ ਰਵਾਂਗਾ, ਉਹਨਾਂ ਨੂੰ ਗਾਲਾਂ ਕੱਢਦੇ ਰਵਾਂਗਾ, ਤੇ ਸਰਕਾਰਾਂ ਓਬਵੀਅਸਲੀ ਕੋਈ ਕੰਮ ਨਹੀਂ ਕਰਦੀਆਂ, ਕਿਉਂਕਿ ਹਰ ਇੱਕ ਦਾ ਆਪਣਾ ਪੋਲੀਟੀਕਲ ਇੰਟਰਸਟ ਹੈ। ਔਰ ਅਗਰ ਕਮਿਊਨਿਟੀ ਦੇ ਕੰਮ ਵੀ ਕਰਾਣੇ ਨੇ ਔਰ ਉਹਨਾਂ ਦੇ ਨਾਲ ਗੱਲਾਂ ਕਰਕੇ ਆਪਣੇ ਤੁਸੀਂ ਕੰਮ ਕਰਾ ਸਕਦੇ ਹੋ, ਤੇ ਮੈਂ ਸਮਝਦਾ ਇਹਦੇ 'ਚ ਕਿਸੇ ਦੇ ਥੱਲੇ ਲੱਗਣ ਵਾਲੀ ਗੱਲ ਨਹੀਂ ਹੈ, ਬਲਕਿ ਕਮਿਊਨਿਟੀ ਦੇ ਫਾਇਦੇ ਲਈ ਕੰਮ ਕਰਨਾ ਸਾਨੂੰ ਚਾਹੀਦਾ। ਤੁਸੀਂ ਧਰਮ ਪਰਿਵਰਤਨ ਦੀ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਜਿਹੜੇ ਬਾਰਡਰ ਏਰੀਆ, ਸਰਹੱਦੀ ਇਲਾਕੇ ਖਾਸ ਕਰ, ਉੱਥੇ ਜਿਹੜਾ ਧਰਮ ਪਰਿਵਰਤਨ ਕਾਫੀ ਜ਼ਿਆਦਾ ਹੋ ਰਿਹਾ, ਅਸੀਂ ਆਪ ਵੀ ਦੇਖਦੇ ਹਾਂ। ਦੂਜੇ ਪਾਸੇ ਪਿਛਲੇ ਦਿਨ ਤੁਸੀਂ ਵੀ ਦੇਖਿਆ ਹੋਣਾ ਕਿ ਕ੍ਰਿਸਚਨ ਜਿਹੜੀ ਕਮਿਊਨਿਟੀ ਹੈ ਤੇ ਜਿਹੜੀ ਸਿੱਖ ਕਮਿਊਨਿਟੀ ਹੈ ਉਹਦੇ ਵਿੱਚ ਵੀ ਕਾਫੀ ਵਿਵਾਦ ਦੇਖਣ ਨੂੰ ਮਿਲਿਆ, ਜਿੱਥੇ ਕਿ ਇੱਕ ਚਰਚ ਨੂੰ ਤੋੜ-ਫੋੜ ਕੀਤੀ ਗਈ ਉੱਥੇ। ਹਾਲਾਂਕਿ SIT ਬਣੀ, ਹਾਲੇ ਤੱਕ ਦੋਸ਼ੀ ਨਹੀਂ ਫੜੇ ਗਏ ਨੇ, ਬੇਅਦਬੀਆਂ ਹਾਲੇ ਵੀ ਹੋ ਰਹੀਆਂ ਪੰਜਾਬ ਦੇ ਵਿੱਚ। ਤੁਸੀਂ ਇੱਕ ਦਫ਼ਤਰ ਉੱਥੇ ਖੋਲ੍ਹਿਆ ਅੰਮ੍ਰਿਤਸਰ ਦੇ ਵਿੱਚ, ਮੁੱਖ ਕਾਰਨ ਇਹੀ ਸੀਗਾ ਕਿ ਧਰਮ ਪਰਿਵਰਤਨ ਨੂੰ ਰੋਕਣਾ ਹੈ? ਦੇਖੋ, ਸਭ ਪਹਿਲੀ ਗੱਲ ਤੇ ਇਹ ਸਾਡੇ ਦਿਲਾਂ ਦੇ ਵਿੱਚ ਬੜੇ ਟਾਈਮ ਤੋਂ ਰੋਜ਼ ਸੀ ਕਿ ਕਿਸ ਤਰੀਕੇ ਦੇ ਨਾਲ ਕ੍ਰਿਸਚੈਨਿਟੀ ਵੱਧਦੀ ਜਾ ਰਹੀ ਹੈ। ਕੋਈ ਇੱਕ ਦਿਨ 'ਚ ਨਹੀਂ ਹੋਇਆ, ਇਹ ਲਗਾਤਾਰ ਹੋ ਰਿਹਾ ਸੀ। ਔਰ ਇਹ ਅਸੀਂ ਦੇਖਦੇ ਆਏ ਕਿ ਸ਼੍ਰੋਮਣੀ ਕਮੇਟੀ ਕਦ ਆਪਣੀ ਜ਼ਿੰਮੇਵਾਰੀ ਨਿਭਾਏਗੀ, ਮਗਰ ਸ਼੍ਰੋਮਣੀ ਕਮੇਟੀ ਨੇ ਕੋਈ ਕੰਮ ਧਰਮ ਪ੍ਰਚਾਰ ਨੂੰ ਔਰ ਧਰਮ ਪਰਿਵਰਤਨ ਨੂੰ ਰੋਕਣ ਵਾਸਤੇ ਨਹੀਂ ਕੀਤਾ। ਤੋ ਇੱਕਦਮ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਕਾਲ ਕੀਤੀ ਜਾਂਦੀ ਹੈ ਕ੍ਰਿਸਚਨਸ ਭਾਈਚਾਰੇ ਦੀ, ਔਰ ਲੱਖਾਂ ਦੀ ਤਾਦਾਦ 'ਚ ਉੱਥੇ ਇਕੱਠੇ ਹੁੰਦੇ ਨੇ ਲੋਕ। ਉਹ ਇਟ ਵਾਜ਼ ਵੈਰੀ ਚੈਲੰਜੇਬਲ ਔਰ ਵੈਰੀ ਮੈਂ ਸਮਝਦਾ ਕਿ ਹੈਰਾਨੀਪੂਰਵਕ ਇਹ ਗੱਲ ਸੀ ਕਿ ਜਿਹੜੀ ਦੇਸ਼ ਨਹੀਂ ਦੁਨੀਆ ਦੇ ਲੋਕਾਂ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ। ਔਰ ਸਾਨੂੰ ਵਰਲਡ ਵਾਈਡ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਬਈ ਜਿਹੜੇ ਲੋਕ ਅਗਰ ਸੁੱਤੇ ਪਏ ਨੇ ਤੇ ਇਟ ਡਜ਼ਨਟ ਮੀਨ ਕਿ ਖਾਲੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਤੁਸੀਂ ਵੀ ਸਿੱਖਾਂ ਦੀ ਚੁਣਿੰਦਾ ਜਮਾਤ ਹੋ ਔਰ ਤੁਹਾਨੂੰ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਔਰ ਤੁਸੀਂ ਇਸ ਧਰਮ ਪਰਿਵਰਤਨ ਦੀ ਲਈ ਕੁਛ ਨਾ ਕੁਛ ਸ਼ੁਰੂਆਤ ਕਰੋ। ਫਿਰ ਅਸੀਂ ਆਪਣੀ ਟੀਮ ਦੇ ਨਾਲ ਗੱਲ ਕੀਤੀ, ਕਿਉਂਕਿ ਇੱਕ ਟਕਰਾਰ ਹੋ ਜਾਂਦਾ ਜਦ ਤੁਸੀਂ ਜਾ ਕੇ ਦੂਜੀ ਕੌਂਸਟੀਟਿਊਐਂਸੀ 'ਚ ਦੂਜੇ ਜਗ੍ਹਾ ਦੇ ਉੱਤੇ ਗੱਲ ਕਰੋ, ਔਰ ਉੱਥੇ ਬੜੀ ਵੱਡੀ ਸੰਪਰਦਾਵਾਂ ਵੀ ਨੇ। ਸੋ ਅਸੀਂ ਇਹ ਡਿਸਾਈਡ ਕੀਤਾ ਕਿ ਜਿਹੜੀਆਂ ਉੱਥੇ ਵੱਡੀਆਂ ਸੰਪਰਦਾਵਾਂ ਨੇ, ਚਾਹੇ ਉਹ ਟਕਸਾਲ ਹੈ, ਚਾਹੇ ਚੀਫ ਖਾਲਸਾ ਦੀਵਾਨ ਹੈ, ਚਾਹੇ ਹੋਰ ਫੌਜੀਆਂ ਸੰਸਥਾਵਾਂ ਹੈਗੀਆਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਅਸੀਂ ਸਾਰਿਆਂ ਨੂੰ ਕਾਲ ਕਰਕੇ ਇਹ ਕੰਮ ਸ਼ੁਰੂ ਕਰਵਾਇਆ ਔਰ ਉਹਦਾ ਨਾਮ ਵੀ ਦਿੱਤਾ ਧਰਮ ਜਾਗਰੂਕਤਾ ਲਹਿਰ। ਬਈ ਧਰਮ ਨੂੰ ਜਾਗਰੂਕ ਕਰਨ ਵਾਸਤੇ ਲਹਿਰ ਹੈ, ਭਾਵੇਂ ਉਹ ਕੋਈ ਵੀ ਕਰ ਲਵੇ, ਭਾਵੇਂ ਘਰ ਬੈਠਾ ਇੱਕ ਗੁਰੂ ਕਾ ਸਿੱਖ ਇਸ ਗੱਲ ਨੂੰ ਕਰ ਲੇ ਕਿ ਮੇਰੇ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਪੜੋਸ 'ਚ ਇਹ ਜਿਹੜਾ ਗਲਤ ਕੰਮ ਹੋ ਰਿਹਾ ਜਾਂ ਮੇਰੇ ਪਿੰਡ ਦੇ ਵਿੱਚ ਕੋਈ ਲੋਕ ਆ ਰਹੇ ਨੇ। ਔਰ ਉਹਦਾ ਫਲਸਰੂਪ ਹੋਇਆ ਕਿ ਇਹ ਜਿਹੜੀ ਇਹ ਤੁਸੀਂ ਹੁਣੇ ਗੱਲ ਕੀਤੀ, ਐਜੀਟੇਸ਼ਨ ਸ਼ੁਰੂ ਹੋ ਗਿਆ, ਇਹ ਪਿੰਡਾਂ ਦੇ ਵਿੱਚ ਲੋਕਾਂ ਨੂੰ ਭਜਾਉਣਾ ਸ਼ੁਰੂ ਕਰਤਾ। ਇਹ ਇੱਕ ਜਿਸ ਵਕਤ ਆਪਸ ਵਿੱਚ ਕਨਵਰਸੇਸ਼ਨਸ ਚੱਲਦੀਆਂ ਨੇ, ਬੜਾ ਇਹਦਾ ਇਫੈਕਟ ਪੈਂਦਾ ਹੈ। ਔਰ ਇਹਦੇ ਨਾਲ ਲੋਕ ਜਿਨ੍ਹਾਂ ਦੇ ਗਰਮ ਖਿਆਲੀ ਸੀ, ਉਹਨਾਂ ਨੇ ਇਹੋ ਜਿਹਾ ਰੂਪ ਲੈ ਲਿਆ ਜਿਹਦੀ ਅਸੀਂ ਨਿੰਦਾ ਵੀ ਕੀਤੀ ਹੈ, ਕਿਉਂਕਿ ਅਗਰ ਅਸੀਂ ਹਿੰਸਕ ਤਰੀਕੇ ਦੇ ਨਾਲ ਚੱਲਾਂਗੇ ਤੇ ਸਾਡੀ ਜਿਹੜੀ ਲਹਿਰ ਹੈ ਜਿਹੜੀ ਜਾਗਰੂਕਤਾ ਦੀ, ਇਹਨੂੰ ਕਿਤੇ ਨਾ ਕਿਤੇ ਸਰਕਾਰਾਂ ਰੁਕਵਾ ਦੇਣਗੀਆਂ ਜਾਂ ਕੁਝ ਹੋਏਗਾ। ਅਸੀਂ ਬੜੇ ਪਿਆਰ ਦੇ ਨਾਲ ਇਸ ਗ੍ਰਾਸ ਰੂਟ ਪ੍ਰੋਬਲਮਸ ਨੂੰ ਐਨਾਲਾਈਜ਼ ਕਰ ਰਹੇ ਹਾਂ ਕਿ ਅਸੀਂ ਇਹ ਪ੍ਰੋਬਲਮਸ ਆ ਕਿੱਥੋਂ ਰਹੀਆਂ ਨੇ, ਇਹਦੇ ਕਾਰਨ ਕੀ ਬਣੇ। ਔਰ ਸਾਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਗੁਰੂ ਘਰਾਂ ਦੇ ਉੱਥੇ ਗ੍ਰੰਥੀ ਸਾਹਿਬਾਨ ਬੈਠੇ ਨੇ, ਉਹ ਆਪ ਹੀ ਇਹਨੇ ਵੈਲ ਐਜੂਕੇਟਡ ਆਪਣੇ ਧਰਮ ਦੇ ਪ੍ਰਤੀ ਨਹੀਂ ਹੈਗੇ ਕਿ ਲੋਕਾਂ ਨੂੰ ਔਰ ਉੱਥੇ ਦੇ ਬੱਚਿਆਂ ਨੂੰ ਉਹ ਕਨਵਰਜਨ ਹੋਣ ਤੋਂ ਰੋਕ ਸਕਣ, ਬਲਕਿ ਆਪਣੇ ਧਰਮ ਵਿੱਚ। ਪਹਿਲੇ ਹੁੰਦਾ ਸੀ ਕਿ ਜਦ ਪਿੰਡਾਂ ਦੇ ਵਿੱਚ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਲੱਗਦੇ ਸੀ, ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਸੀ ਕਿ ਤੁਸੀਂ ਅੰਮ੍ਰਿਤ ਸੰਚਾਰ ਕਰੋ, ਗੁਰੂ ਵਾਲੇ ਬਣੋ। ਉਹ ਅੱਜ ਜਿਹੜੇ ਕੰਮ ਖਤਮ ਹੋ ਗਏ ਸੀ। ਅਸੀਂ ਸਾਰੇ ਉਹੀ ਕੰਮ ਸ਼ੁਰੂ ਕੀਤੇ ਨੇ, ਜਿਹੜੇ ਉੱਥੇ ਸੈਮੀਨਾਰਸ ਲਗਾਉਣੇ ਸ਼ੁਰੂ ਕੀਤੇ ਨੇ ਕਿ ਰਾਗੀ, ਢਾਡੀ, ਗ੍ਰੰਥੀ ਸਾਹਿਬਾਨ ਜਿਹੜੇ ਉੱਥੇ ਦੇ ਹੈਗੇ ਨੇ, ਉਹਨਾਂ ਨੂੰ ਬੁਲਾ ਕੇ ਔਰ ਉਹਨਾਂ ਦੀਆਂ ਅਗਰ ਕੋਈ ਪਰਸਨਲ ਪ੍ਰੋਬਲਮਸ ਹੈਗੀਆਂ ਨੇ, ਜਿਸ ਵਕਤ ਅਸੀਂ ਐਂਟਰ ਕੀਤਾ ਸਾਨੂੰ ਕਿਹਾ ਗਿਆ ਜੀ ਕਿ ਉੱਥੇ ਪੈਸੇ ਦੇ ਕੇ ਕਨਵਰਜਨ ਕੀਤਾ ਜਾਂਦਾ ਹੈ।
ਅਸੀਂ ਕਿਹਾ ਕਿ ਪੈਸੇ ਦਾ ਪ੍ਰੋਬਲਮ ਹੀ ਨਹੀਂ ਹੈ, ਇਹ ਪ੍ਰੋਬਲਮ ਸਿਰਫ ਤੇ ਸਿਰਫ ਉਹਨਾਂ ਨੂੰ ਗਾਈਡ ਕਰਨ ਦੀ ਹੈ, ਉਹਨਾਂ ਦੀ ਕਾਉਂਸਲਿੰਗ ਕਰਨ ਦੀ ਹੈ। ਮੁੱਖ ਕਾਰਨ ਕੀ ਸਮਝ ਆਇਆ ਸਰ ਉੱਥੇ? ਮੁੱਖ ਕਾਰਨ ਇਹ ਹੈ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਸਾਡੇ ਲੋਕਾਂ ਨੇ ਹੀ ਇਹ ਛੱਡਤਾ, ਪਹਿਲਾ ਕਾਸਟਿਜ਼ਮ, ਕਿ ਜਿਹੜੇ ਉੱਥੇ ਦੇ ਵੱਡੇ ਸਰਦਾਰਾਂ ਨੇ ਭੇਦਭਾਵ, ਬਿਲਕੁਲ ਭੇਦਭਾਵ ਸੀ। ਉਹਨਾਂ ਨੇ ਛੋਟੀ ਜਾਤਾਂ ਵਾਲਿਆਂ ਨੂੰ ਪਿੰਡਾਂ 'ਚ ਬਾਹਰ ਕੱਢਤਾ। ਉਹ ਬਾਹਰ ਰਹਿੰਦੇ ਹੋਏ ਉਹ ਡੇਰਿਆਂ 'ਚ ਜਾਣਾ ਸ਼ੁਰੂ ਹੋ ਗਏ। ਅੱਜ ਡੇਰਿਆਂ ਦਾ ਕਿਉਂਕਿ ਪ੍ਰਭਾਵ ਘਟ ਗਿਆ, ਡੇਰਿਆਂ ਦੇ ਉੱਤੇ ਲੋਕਾਂ ਨੂੰ ਪਤਾ ਚੱਲ ਗਿਆ ਕਿ ਡੇਰੇਵਾਦ ਸਾਰੇ ਗਲਤ ਪਾਸੇ ਵੱਲ ਚੱਲਦੇ ਨੇ ਔਰ ਆਪਣੇ ਪੋਲੀਟੀਕਲ ਬੈਨੀਫਿਟਸ ਵਾਸਤੇ ਡੇਰੇ ਯੂਜ਼ ਹੁੰਦੇ ਨੇ। ਸੋ ਕ੍ਰਿਸਚੈਨਿਟੀ ਜਿਸ ਤਰੀਕੇ ਨਾਲ ਵੱਧ ਰਹੀ ਸੀ, ਅੱਛੀਆਂ ਸਹੂਲਤਾਂ ਮਿਲਣ ਲੱਗ ਪਈਆਂ ਅਤੇ ਲੋਕ ਜਾਣੇ ਸ਼ੁਰੂ ਹੋ ਗਏ ਉਹਦੇ ਵੱਲ। ਇਹਦੇ ਵਿੱਚ ਮੈਂ ਸਮਝਦਾ ਕਿ ਜਿਹੜੀ ਅਵੇਅਰਨੈਸ ਲੋਕਾਂ ਦੇ ਵਿੱਚ ਲਿਆਉਣੀ ਬਹੁਤ ਜ਼ਰੂਰੀ ਸੀ। ਮੈਂ ਨਹੀਂ ਸਮਝਦਾ ਕਿ ਜਿਸ ਬੱਚੇ ਨੂੰ ਜਾਂ ਜਿਸ ਪਰਿਵਾਰ ਦੇ ਵਿੱਚ ਗੁਰੂ ਇਤਿਹਾਸ ਪੜ੍ਹਾਇਆ ਜਾਏ, ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਬਾਰੇ ਦੱਸਿਆ ਜਾਏ, ਕਿ ਉਹ ਕਦੀ ਜ਼ਿੰਦਗੀ ਦੇ ਵਿੱਚ ਕਨਵਰਟ ਹੋਣ ਨੂੰ ਸੋਚ ਵੀ ਸਕਦਾ ਹੈ। ਸੋ ਇਹ ਜਿਹੜੀਆਂ ਕਮੀਆਂ ਰਹੀਆਂ ਨੇ ਉਹ ਅਸੀਂ ਉੱਥੇ ਕਾਉਂਸਲਿੰਗਸ ਕਰ ਰਹੇ ਹਾਂ, ਅਲੱਗ-ਅਲੱਗ ਜ਼ਿਲ੍ਹੇ ਦੀਆਂ ਟੀਮਾਂ ਬਣਾ ਰਹੇ ਹਾਂ ਔਰ ਕਿਉਂਕਿ ਬਹੁਤ ਵੱਡਾ ਇੱਕ ਵੈਕਿਊਮ ਬਣ ਚੁੱਕਾ, ਉਹਨੂੰ ਕਵਰ ਅਪ ਕਰਦੇ ਕਰਦੇ ਸਮਾਂ ਲੱਗੇਗਾ। ਬਟ ਮੈਨੂੰ ਪੂਰੀ ਉਮੀਦ ਹੈ ਕਿ ਇਹ ਲਹਿਰ ਜਿਹੜੀ ਬਣੀ ਹੈ, ਅੱਜ ਨੌਜਵਾਨ ਭਾਵੇਂ ਕਿਸੇ ਵੀ ਜਥੇਬੰਦੀ ਦੇ ਨਾਲ ਜੁੜ ਗਏ ਨੇ, ਉਹ ਭਾਵੇਂ ਜਾਗਤੀ ਜ਼ਮੀਰ ਵਾਲੇ ਬਣ ਗਏ, ਭਾਵੇਂ ਕੁਛ, ਇੱਕ ਮੂਵਮੈਂਟ ਸ਼ੁਰੂ ਹੋ ਗਈ ਹੈ ਹਰ ਪਿੰਡਾਂ ਦੇ ਵਿੱਚ, ਅਤੇ ਜ਼ਰੂਰੀ ਜਲਦੀ ਇਹਦਾ ਠੱਲ ਪਵੇਗੀ ਔਰ ਇਹ ਮੋੜਾ ਜ਼ਰੂਰ ਪਏਗਾ। ਅੰਮ੍ਰਿਤਸਰ ਤੋਂ ਇਲਾਵਾ ਹੋਰ ਵੀ ਆਫਿਸਿਸ ਖੋਲ੍ਹਣ ਦਾ ਨਹੀਂ, ਅਸੀਂ ਹੈੱਡ ਆਫਿਸ ਉੱਥੇ ਬਣਾਇਆ ਜਿੱਥੇ ਜਿੱਥੇ ਵੀ ਸਾਨੂੰ ਲੋੜ ਪਏਗੀ। ਬਟ ਹਾਲੇ ਕਿਉਂਕਿ ਅੰਮ੍ਰਿਤਸਰ ਖਾਸ ਤੌਰ 'ਤੇ ਗੁਰਦਾਸਪੁਰ ਤੋਂ ਲੈ ਕੇ ਜਿਹੜਾ ਪੱਟੀ ਇਲਾਕਾ ਹੈ, ਇਹ ਸਾਰੀ ਬਾਰਡਰ ਏਰੀਆ ਬੈਲਟ ਦੇ ਉੱਤੇ ਬਹੁਤ ਵੱਡੀ ਕਨਵਰਜਨ ਹੋਈ ਹੈ। ਇਹ ਮਾਲਵੇ ਵਾਲੇ ਪਾਸੇ ਜਾਂ ਦੁਆਬੇ ਵਾਲੇ ਪਾਸੇ ਇੰਨੀ ਨਹੀਂ ਹੋਈ ਹੈ ਜਿੰਨੀ ਕਨਵਰਜਨ ਮਾਝੇ ਦੇ ਉਸ ਏਰੀਆ ਦੇ ਵਿੱਚ ਹੋਈ ਹੈ। ਸੋ ਸਾਡਾ ਫੋਕਸ ਹਲੇ ਉੱਥੇ ਵੇ ਕਿ ਅਸੀਂ ਉੱਥੇ ਮੈਕਸਿਮਮ ਕਿੰਨਾ ਕੰਮ ਕਰ ਸਕਦੇ ਹਾਂ, ਸਾਨੂੰ ਕਿੰਨੀ ਕੋਆਪਰੇਸ਼ਨ ਮਿਲਦੀ ਹੈ ਪੰਜਾਬ ਦੀ ਸੰਗਤ ਤੋਂ ਔਰ ਪੰਜਾਬ ਦੀਆਂ ਇਹਨਾਂ ਜਥੇਬੰਦੀਆਂ ਤੋਂ, ਜਿਹਨਾਂ ਦਾ ਫਰਜ਼ ਬਣਦਾ ਸੀ, ਜਿਹੜੇ ਸਾਡੇ ਨਾਲ ਅੱਜ ਚੱਲ ਰਹੇ ਨੇ। ਮਗਰ ਸ਼੍ਰੋਮਣੀ ਕਮੇਟੀ ਕਿਧਰੇ ਨਾ ਕਿਧਰੇ ਆਪਣੇ ਉੱਤੇ ਈਗੋ ਲੈ ਕੇ ਇਹ ਜਿਹਦੇ ਵਿੱਚ ਇਹਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ਾਂ ਕਰਦੀ ਹੈ। ਦੇਖਦੇ ਹਾਂ ਕਦ ਤੱਕ ਇਹਨਾਂ ਨਾਲ ਲੜਾਈ ਲੜ ਸਕਾਂਗੇ। ਐਸਜੀਪੀਸੀ ਦੀ ਗੱਲ ਕੀਤੀ ਤੁਸੀਂ, ਹਾਲੇ ਦੇ ਵਿੱਚ ਵਿਵਾਦ ਦੇਖ ਰਹੇ ਹੋਣੇ ਕਿ ਇੱਕ ਤਾਂ ਐਸਜੀਪੀਸੀ ਤੇ ਹਰਿਆਣਾ ਦੀ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹਨਾਂ ਦੇ ਵਿੱਚ ਵੀ ਮਤਭੇਦ ਚੱਲ ਰਿਹਾ ਹੈ। ਤੇ ਜਿਹੜੇ ਬਲਜੀਤ ਸਿੰਘ ਦਾਦੋਵਾਲ ਹੈ, ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ, ਅਸੀਂ ਇੰਟਰਵਿਊ ਕੀਤਾ ਸੀ, ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਬਾਦਲ ਪਰਿਵਾਰ ਦੀ ਦਖਲਅੰਦਾਜ਼ੀ ਸਿਰਫ ਉਸ ਚੀਜ਼ ਤੋਂ ਉਹਨਾਂ ਨੂੰ ਪਰੇਸ਼ਾਨੀ ਹੈ ਐਸਜੀਪੀਸੀ ਦੇ ਵਿੱਚ। ਦੇਖੋ, ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਇਹ ਜਿਸ ਵਕਤ ਇਹਦੀ ਲੋਕਾਂ ਨੇ ਇਹਨੂੰ ਅਪੋਜ਼ ਕੀਤਾ ਸੀ, ਅਤੇ ਅੱਜ ਜਿਹੜੇ ਬਾਦਲ ਪਰਿਵਾਰ ਨੂੰ ਅਪੋਜ਼ ਵੀ ਕਰ ਰਹੇ ਨੇ, ਖਾਸ ਤੌਰ 'ਤੇ ਅੱਜ ਉਹਨਾਂ ਦੇ ਸਭ ਤੋਂ ਵੱਡੇ ਸਾਥੀ ਜਿਹੜੇ ਦਿੱਲੀ 'ਚ ਬਣੇ ਹੈ, ਸਰਦਾਰ ਪਰਮਜੀਤ ਸਿੰਘ ਸਰਨਾ, ਹੀ ਵਾਜ਼ ਦੀ ਮੇਨ ਮੈਨ ਕਿ ਜਿਹੜੇ ਇਹਨਾਂ ਨੇ ਜਾ ਕੇ ਹੁੱਡਾ ਸਰਕਾਰ ਤੋਂ ਇਹ ਕਮੇਟੀ ਬਣਵਾਉਣ ਦਾ ਪ੍ਰਪੋਜ਼ਲ ਰੱਖਿਆ ਸੀ। ਬੇਸਿਕਲੀ ਅੱਜ ਲੋਕਾਂ ਦੇ ਵਿੱਚ ਇੱਕ ਪ੍ਰਿੰਸੀਪਲਸ ਖਤਮ ਹੋ ਗਏ ਨੇ, ਐਥਿਕਸ ਖਤਮ ਹੋ ਗਏ ਨੇ। ਆਪਣੇ ਨਿੱਜੀ ਸਵਾਰਥ ਪਿੱਛੇ ਕਿਸੇ ਵਕਤ ਵੀ ਯੂ ਟਰਨ ਮਾਰ ਲੈਂਦੇ ਨੇ ਔਰ ਜਿਹੜੇ ਆਪਣੇ ਆਪ ਨੂੰ ਇਹੋ ਜਿਹੇ ਵੱਡੇ ਲੀਡਰ ਕਹਿਲਾਉਂਦੇ ਨੇ, ਸਰਨਾ ਸਾਹਿਬ ਵਰਗੇ, ਜਿਨ੍ਹਾਂ ਨੇ ਅੱਜ ਹਰਿਆਣਾ ਕਮੇਟੀ ਨੂੰ ਤੋੜਨ ਦੀ ਐਸਜੀਪੀਸੀ ਤੋਂ ਸਭ ਤੋਂ ਵੱਡਾ ਰੋਲ ਸੀ ਔਰ ਅੱਜ ਉਹਨਾਂ ਦੀ ਬਾਦਲ ਸਾਹਿਬ ਦੀ ਹਿਮਾਇਤ ਕਰਨ ਵਾਸਤੇ ਉਹ ਨਾਲ ਜੁੜ ਗਏ। ਸੋ ਮੈਂ ਸਮਝਦਾ ਕਿ ਇਹ ਲੋਕਾਂ ਨੂੰ ਪਹਿਲੇ ਗੱਲ ਤੇ ਸਾਨੂੰ ਸੋਚਣਾ ਪਏਗਾ ਕਿ ਇਹਦੇ ਨਾਲ ਲੋਕਲ ਬੰਦਿਆਂ ਦਾ ਉੱਥੇ ਕੀ ਬੈਨੀਫਿਟ ਹੈ। ਮੈਂ ਨਹੀਂ ਸਮਝਦਾ ਕਿ ਹਰਿਆਣਾ ਕਮੇਟੀ ਬਣਨਾ ਕੋਈ ਗਲਤ ਹੈ। ਹਰਿਆਣਾ ਦੇ ਸਿੱਖਾਂ ਲਈ ਇਹਦੇ ਲਈ ਬੈਨੀਫਿਟ ਹੋਏਗਾ, ਕਿਉਂਕਿ ਜਿਹੜੀ ਹਰਿਆਣਾ ਦੀ ਸੰਗਤ ਹੈ ਉਹ ਜੁੜ ਕੇ ਰਹੇਗੀ। ਹਰਿਆਣਾ ਦੀ ਸੰਗਤ ਦਾ ਪੈਸਾ ਹੈ ਜਿਹੜਾ ਹਰਿਆਣਾ ਦੇ ਉਹਨਾਂ ਦੇ ਬੱਚਿਆਂ ਦੀ ਡਿਵੈਲਪਮੈਂਟ ਵਿੱਚ ਕੰਮ ਆਏਗਾ, ਉਹਨਾਂ ਦੇ ਮੈਡੀਕਲ ਫੈਸਿਲਿਟੀਜ਼ ਵਿੱਚ ਕੰਮ ਆਏਗਾ, ਜਿਸ ਤਰੀਕੇ ਨਾਲ ਦਿੱਲੀ ਦਾ ਪੈਸਾ ਦਿੱਲੀ 'ਚ ਲੱਗ ਰਿਹਾ। ਸੋ ਮਗਰ ਇਸ ਦਾ ਪਰਿਵਾਰਾਂ ਨੂੰ ਇਸ ਕਰਕੇ ਇਹਦੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਕਈ ਬੈਨੀਫਿਟਸ ਲੈ ਰੱਖੇ ਨੇ। ਅੱਜ ਤੁਸੀਂ ਬੜੀ ਐਗਜ਼ਾਮਪਲ ਹੈ ਕਿ ਤੁਸੀਂ ਅੱਜ ਜਾ ਕੇ ਦੇਖੋ, ਹਰਿਆਣਾ ਕਮੇਟੀ ਦੇ ਅਧੀਨ ਜਿਹੜਾ ਅੰਬਾਲੇ ਜਿਹੜਾ ਹਸਪੀਟਲ ਚੱਲ ਰਿਹਾ, ਉਹ ਹਸਪੀਟਲ ਇੱਕ ਨਿੱਜੀ ਟਰਸਟ ਨੂੰ ਦੇ ਦਿੱਤਾ ਗਿਆ ਐਸਜੀਪੀਸੀ ਵੱਲੋਂ ਔਰ ਉਹ ਟਰਸਟ ਦੇ ਮੇਨ ਟਰਸਟੀ ਕੌਣ ਨੇ? ਸਾਰੇ ਦੇ ਸਾਰੇ ਬਾਦਲ ਪਰਿਵਾਰ ਦੇ। ਸੋ ਇਹੋ ਜਿਹੀਆਂ ਚੀਜ਼ਾਂ ਜਦ ਨਿਕਲ ਕੇ ਬਾਹਰ ਆਉਂਦੀ ਹੈ ਔਰ ਜਿਸ ਵਕਤ ਉਹਨਾਂ ਦੇ ਹੱਥੋਂ ਖੁੰਝਦੀਆਂ ਨੇ ਅਤੇ ਪਰੇਸ਼ਾਨੀਆਂ ਹੁੰਦੀਆਂ ਨੇ, ਮਗਰ ਕਲੀਅਰ ਸਟੈਂਡ ਅੱਜ ਵੀ ਨਾ ਬਾਦਲ ਪਰਿਵਾਰ ਦੇ ਪਾ ਰਿਹਾ ਹੈ, ਨਾ ਸਰਨਾ ਸਾਹਿਬ ਦੇ ਪਾ ਰਹੇ। ਤੇ ਐਸਜੀਪੀਸੀ ਰਿਵਿਊ ਪਟੀਸ਼ਨ ਵੀ ਜਿਹੜੀ ਹੈ ਦਾਖਲ ਕਰਨ ਵਾਲੀ ਹੈ, ਲੇਕਿਨ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕਿਉਂਕਿ ਐਸਜੀਪੀਸੀ ਦੀ ਚੋਣਾਂ ਹੋਣ ਵਾਲੀਆਂ ਨੇ ਤੇ ਇਸ ਕਰਕੇ ਵੀ ਇਹ ਵਿਵਾਦ ਜ਼ਿਆਦਾ ਨਹੀਂ, ਚੋਣਾਂ ਨਾਲ ਇਹ ਕੰਸਰਨ ਨਹੀਂ ਹੈ, ਬੜਾ ਲੌਂਗ ਪੈਂਡਿੰਗ ਕੰਸਰਨ ਸੀ ਔਰ ਕੋਰਟ ਦੇ ਵਿੱਚ ਵੀ ਇਹੀ ਗਏ ਸੀ। ਜਦ ਤੁਸੀਂ ਕੋਰਟਾਂ 'ਚ ਜਾ ਰਹੇ ਹੋ ਔਰ ਕੋਰਟ ਦੀ ਤੁਸੀਂ ਮੰਨੀ ਨਹੀਂ, ਅੱਜ ਤੁਸੀਂ ਕੋਰਟ ਦੇ ਖਿਲਾਫ, ਸੁਪਰੀਮ ਕੋਰਟ ਦੇ ਖਿਲਾਫ ਐਜੀਟੇਸ਼ਨ ਦੇਣੇ ਸ਼ੁਰੂ ਕਰੋ। ਬੜੀ ਹਾਸੋਹੀਣ ਗੱਲ ਹੈ ਕਿ ਫੈਸਲਾ ਸੁਪਰੀਮ ਕੋਰਟ ਦੇ ਰਹੀ ਹੈ ਔਰ ਤੁਸੀਂ ਤਖਤ ਦਮਦਮਾ ਸਾਹਿਬ ਤੋਂ ਜਲੂਸ ਕੱਢ ਕੇ ਤੁਸੀਂ ਉਹਨੂੰ ਜਿਹੜੀ ਵੀ ਸ਼ੇਪ ਦਿੱਤੀ ਹੋਏਗੀ ਧਰਨਾ ਦੇ ਰੂਪ ਦੇ, ਮੈਨੂੰ ਨਹੀਂ ਪਤਾ ਕੀ ਚੀਜ਼ ਦਿੱਤੀ ਹੈ, ਮਗਰ ਤੁਸੀਂ ਲੋਕਾਂ ਕਾਲੇ ਝੰਡੇ ਲੈ ਕੇ ਤੁਸੀਂ ਅਕਾਲ ਤਖਤ ਵੱਲ ਆ ਰਹੇ ਹੋ। ਅਰੇ ਅਕਾਲ ਤਖਤ ਸਾਹਿਬ ਦਾ ਉਹਦਾ ਕੀ ਕੰਸਰਨ ਹੈ? ਤੁਸੀਂ ਸਿਰਫ ਆਪਣੀ ਇੱਕ ਮਸਲ ਪਾਵਰ, ਮੈਨ ਪਾਵਰ ਦਿਖਾਉਣ ਵਾਸਤੇ ਤੁਸੀਂ ਲੋਕਾਂ ਨੂੰ ਇਕੱਠੇ ਕਰਦੇ ਹੋ
ਔਰ ਉਹਦਾ ਰਿਜ਼ਲਟ ਜ਼ੀਰੋ ਨਿਕਲਦਾ ਹੈ, ਕਿਉਂਕਿ ਤੁਸੀਂ ਆਪਣੀ ਐਗਜ਼ਿਸਟੈਂਸ ਦਿਖਾਣੀ ਹੈ। ਜਿਹੜੀ ਐਗਜ਼ਿਸਟੈਂਸ ਅਕਾਲੀ ਦਲ ਦੀ ਅੱਜ ਪੰਜਾਬ 'ਚ ਖਤਮ ਹੋ ਰਹੀ ਹੈ, ਤੁਸੀਂ ਉਹਨੂੰ ਰਿਵਾਈਵ ਕਰਨਾ। ਤੁਹਾਡਾ ਕੋਈ ਮੁੱਦਾ ਨਹੀਂ ਹੈ ਹਰਿਆਣਾ ਕਮੇਟੀ ਔਰ ਸ਼੍ਰੋਮਣੀ ਕਮੇਟੀਆਂ ਦਾ, ਤੁਹਾਡਾ ਮੁੱਦਾ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਰਿਵਾਈਵ ਕਰਨ ਦਾ। ਇਹਦੇ ਲਈ ਤੁਸੀਂ ਪਾਵਰ ਗੇਮ ਖੇਡਣ ਦੀ ਕੋਸ਼ਿਸ਼ ਕਰਦੇ ਹੋ ਹਰ ਵਕਤ, ਉਹਦਾ ਨੁਕਸਾਨ ਕੌਮ ਨੂੰ ਭੁਗਤਣਾ ਪੈਂਦਾ ਹੈ। ਇਹੀ ਤੁਸੀਂ ਐਜੀਟੇਸ਼ਨ ਲੈ ਕੇ ਦਿੱਲੀ ਵੱਲ ਆਂਦੇ 8-10 ਹਜ਼ਾਰ ਬੰਦਾ ਲੈ ਕੇ ਅੱਜ ਪਾਰਲੀਮੈਂਟ ਦਾ ਘਿਰਾਵ ਕਰਦੇ, ਹੋਮ ਮਿਨਿਸਟਰ ਦੇ ਘਰ ਦੇ ਬਾਹਰ ਆਂਦੇ, ਪ੍ਰਾਈਮ ਮਿਨਿਸਟਰ ਨਾਲ ਗੱਲ ਕਰਦੇ, ਸੁਪਰੀਮ ਕੋਰਟ ਦੇ ਨਾਲ ਜਾ ਕੇ ਗੱਲ ਕਰਦੇ, ਚੰਡੀਗੜ੍ਹ ਚਲੇ ਜਾਂਦੇ। ਘੱਟ ਤੋਂ ਘੱਟ ਸਰਕਾਰਾਂ ਦੇ ਕੋਲ ਜਾਓ, ਤੁਸੀਂ ਅਕਾਲ ਤਖਤ ਸਾਹਿਬ ਆ ਰਹੇ ਹੋ। ਸੋ ਤੁਹਾਡਾ ਜਿਹੜਾ ਮੋਟਿਵ ਹੈ ਉਹ ਉੱਥੋਂ ਸਾਹਮਣੇ ਨਜ਼ਰ ਆ ਜਾਂਦਾ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ। ਲੇਕਿਨ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਫੈਸਲੇ ਦੇ ਨਾਲ, ਤੇ ਆਰੋਪ ਲਗਾਏ ਨੇ ਕੇਂਦਰ ਸਰਕਾਰ ਉੱਤੇ ਤੇ ਹਰਿਆਣਾ ਸਰਕਾਰ ਉੱਤੇ। ਦੇਖੋ, ਇਹ ਉਹਨਾਂ ਨੂੰ ਸੂਟ ਕਰਦਾ ਹੈ। ਅੱਜ ਦਿੱਲੀ ਦਾ ਸਿੱਖ 1971 ਦੇ ਵਿੱਚ ਸਾਡਾ ਐਕਟ ਬਣਿਆ, 1975 ਤੋਂ ਇਲੈਕਸ਼ਨਾਂ ਲੜ ਰਹੇ ਆ। ਹਰ ਵਾਰ ਇਲੈਕਸ਼ਨਾਂ ਦੇ ਵਿੱਚ ਸੰਗਤ, ਦਿੱਲੀ ਦੀ ਸੰਗਤ ਚੁਣ ਕੇ ਭੇਜਦੀ ਹੈ। ਮੈਂ ਇਲੈਕਟਿਡ ਮੈਂਬਰ ਅਗਰ ਇੱਥੇ ਬੈਠਾ, ਮੈਂ ਇਲੈਕਟ ਹੋਇਆ, ਤੇ ਮੈਨੂੰ ਮੇਰੀ ਟੀਮ ਨੇ ਮਿਲਾ ਕੇ ਮੈਨੂੰ ਇੱਥੇ ਪ੍ਰਧਾਨ ਚੁਣ ਕੇ ਭੇਜਿਆ। ਜਿਹੜੀ ਟੀਮ ਸੰਗਤ ਚੁਣ ਕੇ ਭੇਜਦੀ ਹੈ, ਸੰਗਤ ਦਾ ਪ੍ਰਧਾਨ ਬੰਦਾ ਹੈ, ਉਹ ਭਾਵੇਂ ਹਰਿਆਣਾ ਦਾ ਹੋਏ, SGPC ਦਾ, ਇਹਦੇ ਵਿੱਚ ਡਿਵੀਜ਼ਨ ਕਿਹਦਾ? ਇਹਦੇ ਵਿੱਚ ਪਾਵਰ ਡਿਵਾਈਡ ਇਸ ਕਰਕੇ ਤੁਹਾਨੂੰ ਲੱਗ ਰਹੀ ਹੈ ਕਿ ਤੁਹਾਡੇ ਹੱਥੋਂ ਪਾਵਰ ਜਾ ਰਹੀ ਹੈ, ਮਗਰ ਜਿਹੜੇ ਲੋਕਲ ਬੰਦੇ ਬੈਠੇ ਨੇ ਉਹਨਾਂ ਨੂੰ ਕਿੰਨੀ ਪਾਵਰ ਹੈ। ਅੱਜ ਦਿੱਲੀ ਦੇ ਲੋਕਾਂ ਨੂੰ ਪੰਜਾਬ ਦਾ ਮੂੰਹ ਨਹੀਂ ਦੇਖਣਾ ਪੈਂਦਾ। ਅਗਰ ਅੱਜ SGPC ਦੇ ਨਾਮ ਦੇ ਉੱਤੇ ਅਸੀਂ ਇੱਥੇ ਬੈਠੇ ਹੁੰਦੇ ਤੇ ਅੱਜ ਸਾਡੇ ਇੱਥੇ ਵੀ ਆਰੋਪ ਲੱਗ ਰਹੇ ਹੁੰਦੇ, ਅੱਜ ਇੱਥੋਂ ਵੀ ਮਹਾਰਾਜ ਦੇ ਸਰੂਪ ਚੋਰੀ ਹੋ ਕੇ ਬਰਗਾੜੀ ਵਾਲੇ ਕਾਂਡ ਹੋ ਰਹੇ ਹੁੰਦੇ, ਇੱਥੇ ਵੀ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਦਬੀਆਂ ਹੋ ਰਹੀਆਂ ਹੁੰਦੀਆਂ। ਇਸ ਕਰਕੇ ਦਿੱਲੀ ਦਾ ਸਿੱਖ ਅੱਜ ਆਪਣੇ ਆਪ ਨੂੰ ਸੁਰੱਖਿਅਤ ਕਿਉਂ ਸਮਝਦਾ? ਕਿਉਂਕਿ ਉਹ ਦਿੱਲੀ ਕਮੇਟੀ ਉਹਨੇ ਚੁਣਨੀ ਹੈ। ਜੇ ਅਗਰ ਅੱਜ ਕਮੇਟੀ ਠੀਕ ਕੰਮ ਨਹੀਂ ਕਰੇਗੀ, 4 ਸਾਲ ਬਾਅਦ ਉਹ ਸਾਡੇ ਵਰਗਿਆਂ ਨੂੰ ਬਾਹਰ ਕੱਢ ਦੇਣਗੇ। ਜੇ ਅਸੀਂ ਕੰਮ ਕਰਾਂਗੇ ਤੇ ਅਸੀਂ ਦੁਬਾਰਾ ਆਵਾਂਗੇ। ਅੱਜ ਅਸੀਂ ਦਿੱਲੀ ਦੇ ਵਿੱਚ ਪਹਿਲੇ ਅਕਾਲੀ ਦਲ ਦੇ ਨਾਮ ਦੇ ਉੱਤੇ ਇਲੈਕਸ਼ਨ ਜਿੱਤ ਕੇ ਆਏ। ਤੁਸੀਂ ਇਹ ਦੇਖੋ ਕਿ ਜਿਸ ਵਕਤ ਦਿੱਲੀ ਛੋੜੋ ਪੂਰੇ ਹਿੰਦੁਸਤਾਨ 'ਚ, ਪੰਜਾਬ 'ਚ ਜੋ ਹਾਲਾਤ ਸੀ ਅਕਾਲੀ ਦਲ ਦੇ, ਅਸੈਂਬਲੀ ਦੀ ਸੀਟਾਂ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ 3 ਸੀਟਾਂ ਤੇ ਆ ਕੇ ਸਰਕਾਰ ਰੁਕ ਗਈ, ਔਰ ਦਿੱਲੀ ਦੇ ਵਿੱਚ ਅਸੀਂ ਜਿੱਤ ਕੇ ਆ ਰਹੇ ਹਾਂ। ਇਟ ਮੀਨਸ ਦਿੱਲੀ ਦੇ ਸਿੱਖਾਂ ਨੂੰ ਉਹ ਮੰਨਦੇ ਨੇ, ਦਿੱਲੀ ਦੇ ਸਿੱਖਾਂ ਦੇ ਕੀਤੇ ਹੋਏ ਕੰਮਾਂ ਦੀ ਪ੍ਰੇਰਣਾ ਕੀਤੀ ਹੈ, ਔਰ ਇਹ ਦਿੱਲੀ ਦੇ ਸਿੱਖ ਜਿਹੜੇ ਨੇ ਉਹ ਕੰਮਾਂ ਨੂੰ ਦੇਖਦੇ ਨੇ, ਉਹ ਕਿਸੇ ਦੇ ਚਿਹਰਿਆਂ ਨੂੰ ਨਹੀਂ ਦੇਖਦੇ। ਜੇ ਕੰਮ ਅਸੀਂ ਚੰਗੇ ਕਰਾਂਗੇ ਸਾਨੂੰ ਫਿਰ ਮੌਕਾ ਮਿਲ ਜਾਏਗਾ, ਜੇ ਨਹੀਂ ਕਰਾਂਗੇ ਸਾਨੂੰ ਨਹੀਂ ਮਿਲੇਗਾ। ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ SGPC ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਵਾਦ ਚੱਲ ਰਿਹਾ ਹੈ, ਜਿਹੜੇ ਸਿੱਖ ਨੇ ਖਾਸ ਕਰ ਪੰਜਾਬ ਹਰਿਆਣਾ ਦੇ, ਆਪਣੇ ਆਪ ਨੂੰ ਉਹਨਾਂ ਨੂੰ ਲੱਗਦਾ ਕਿ ਅਸੀਂ ਵੰਡ ਗਏ, ਅਸੀਂ ਕਿਸ ਪਾਸੇ ਜਾਈਏ, ਕਿਹੜਾ ਸੱਚ ਹੈ ਕਿਹੜਾ ਝੂਠਾ ਹੈ? ਕਿਉਂਕਿ ਇਸ ਵੇਲੇ ਲੋੜ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ। ਨਹੀਂ, ਬਿਲਕੁਲ ਤੁਸੀਂ ਜਾ ਕੇ ਹਰਿਆਣਾ ਦੇ ਸਿੱਖਾਂ ਨਾਲ ਗੱਲ ਕਰੋ, ਹਰਿਆਣਾ ਦੇ ਲੀਡਰਾਂ ਨਾਲ ਨਹੀਂ, ਪੰਜਾਬ ਦੇ ਲੀਡਰਾਂ ਦੇ ਨਾਲ ਨਹੀਂ, ਹਰਿਆਣਾ ਦੇ ਸਿੱਖਾਂ ਨਾਲ। ਪੰਜਾਬ ਦੇ ਲੀਡਰ ਨੂੰ ਅਸੀਂ ਸਿੱਖਾਂ ਨੂੰ ਕੋਈ ਲੈਣਾ ਦੇਣਾ ਹੀ ਨਹੀਂ। ਪੰਜਾਬ 'ਚ ਉਹਨਾਂ ਨੂੰ, ਪੰਜਾਬ 'ਚ ਉਹਨਾਂ ਦੀਆਂ ਸੇਵਾਵਾਂ ਪੂਰੀਆਂ ਮਿਲ ਜਾਣ, ਹਰਿਆਣਾ ਸ਼੍ਰੋਮਣੀ ਕਮੇਟੀ ਆਪਣੀਆਂ ਜ਼ਿੰਮੇਵਾਰੀਆਂ ਉੱਥੇ ਪੂਰੀ ਕਰ ਲਵੇ, ਤੇ ਉਹਨਾਂ ਨੂੰ ਕਿਸ ਗੱਲ ਦਾ ਰੋਣਾ? ਸ਼੍ਰੋਮਣੀ ਕਮੇਟੀ ਅੱਜ ਸਿਰਫ ਅਕਾਲੀ ਦਲ ਦੇ ਰਿਵਾਈਵਲ ਵਾਸਤੇ ਕੰਮ ਕਰ ਰਹੀ ਹੈ। ਅੱਜ ਦਿੱਲੀ ਦੇ ਵਿੱਚ ਇੱਥੋਂ ਬੱਸਾਂ ਭੇਜੀਆਂ ਜਾਂਦੀਆਂ ਦਰਬਾਰ ਸਾਹਿਬ ਦੇ ਲੋਕਾਂ ਲਈ ਦਰਸ਼ਨ ਕਰਨ ਵਾਸਤੇ। ਤੁਸੀਂ ਕਦੀ ਅੱਜ ਤੱਕ ਸੁਣਿਆ ਕਿ ਦਰਬਾਰ ਸਾਹਿਬ ਪੰਜਾਬ ਤੋਂ ਕੋਈ ਬੱਸਾਂ SGPC ਨੇ ਭੇਜੀਆਂ ਹੋਣ ਹਿੰਦੁਸਤਾਨ ਦੇ ਬਾਕੀ ਇਲਾਕਿਆਂ ਦੇ ਵਿੱਚ ਦਰਸ਼ਨ ਕਰਨ ਵਾਸਤੇ? ਦਿੱਲੀ ਦੇ ਵਿੱਚ ਇਤਿਹਾਸਿਕ ਗੁਰਦੁਆਰਿਆਂ ਦੀ ਕਮੀ ਹੈ। ਇਸ ਤੋਂ ਬਾਅਦ ਅਸੀਂ ਚਲੇ ਜਾਈਏ ਨਾਨਕ ਹੀਰੇ ਚਲੇ ਜਾਓ, ਤੁਸੀਂ UP 'ਚ ਚਲੇ ਜਾਓ, ਗਵਾਲੀਅਰ ਵਗੈਰਾ, ਆਗਰਾ ਵਗੈਰਾ, ਕਦੀ ਅੱਜ ਤੱਕ ਸੁਣਿਆ ਕਿ ਕੋਈ SGPC ਦਾ ਮੈਂਬਰ ਆਪਣੇ ਇਲਾਕੇ 'ਚੋਂ SGPC ਦੇ ਖਰਚੇ ਦੇ ਉੱਤੇ ਬੱਸ ਲੈ ਕੇ ਇੱਥੇ ਆਇਆ ਹੋਏ? ਮਗਰ ਦਿੱਲੀ ਤੋਂ ਬੱਸਾਂ ਇੱਥੋਂ ਭੇਜੀਆਂ ਜਾ ਰਹੀਆਂ ਸੰਗਤ ਦੀ ਯਾਤਰਾ ਵਾਸਤੇ, ਕਿਉਂਕਿ ਟਕਰਾਵ ਦੀ ਨੀਤੀ ਕਰ ਰਹੇ ਨੇ। ਔਰ ਇਹ ਜਿਹੜੀ ਟਕਰਾਵ ਦੀ ਨੀਤੀ ਹੈ, ਇਹਨਾਂ ਨੂੰ ਮੁਬਾਰਕ ਹੋਏ, ਸਾਨੂੰ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਕੋਈ ਇਹੋ ਜਿਹੀ ਪਿਰਤ ਨਾ ਪਾ ਕੇ ਰਾਜੀ ਹਾਂ। ਕੱਲ੍ਹ ਬੜੀ ਮੈਨੂੰ ਹੈਰਾਨੀਜਨਕ ਹੋਈ ਹੈ, ਕੱਲ੍ਹ ਐਗਜ਼ੈਕਟਿਵ ਦੀ ਮੀਟਿੰਗ ਹੋਈ ਹੈ ਹਰਿਆਣਾ SGPC ਦੀ, ਔਰ ਉਹਦੇ ਵਿੱਚ ਕਿਹਾ ਗਿਆ ਜੀ ਸਾਨੂੰ ਦਿੱਲੀ ਦੇ ਵਿੱਚ 2 ਗੁਰਦੁਆਰੇ ਮਿਲ ਰਹੇ ਨੇ, ਅਸੀਂ ਉਹ ਲੈ ਕੇ ਉੱਥੇ ਆਪਣਾ ਸੈਂਟਰ ਵੀ ਬਣਾਵਾਂਗੇ ਔਰ ਉੱਥੇ ਪ੍ਰਚਾਰ ਦਾ ਕੰਮ ਕਰਾਂਗੇ। ਬਈ ਹੁਣ ਤੁਸੀਂ ਗੁਰਦੁਆਰੇ ਟੇਕ ਓਵਰ ਕਰੋਗੇ ਜਾਂ ਖਰੀਦੋਗੇ? ਤੁਹਾਡੀ ਸੋਚ ਕਿੱਥੇ ਤੱਕ ਜਾ ਰਹੀ ਹੈ? ਕਿਉਂਕਿ ਤੁਸੀਂ ਇੰਨੇ ਤੜਫੋਂ ਮੱਛੀ ਹੋ ਚੁੱਕੇ ਹੋ ਕਿ ਅਸੀਂ ਕਿਸੇ ਤਰੀਕੇ ਸੀਟਾਂ ਕਬਜ਼ਾ ਲਈਏ। ਇਹ ਕਦੀ ਅੱਜ ਤੱਕ ਕਦੀ ਹੋਇਆ? ਅੱਜ ਮੈਨੂੰ ਗੁਰਦੁਆਰਾ ਸਾਹਿਬ ਉੱਥੇ ਪੰਜਾਬ ਦੇ ਵਿੱਚ ਕੋਈ ਕਮੀਆਂ ਨੇ? ਜਿੰਨੇ ਸਾਨੂੰ ਆਫਰ ਕਰਦੇ ਨੇ ਕਿ ਵੀ ਅਸੀਂ ਗੁਰਦੁਆਰਾ, ਪਿੰਡਾਂ ਦੇ ਗੁਰਦੁਆਰੇ ਅਸੀਂ ਨਹੀਂ ਸੰਭਾਲ ਪਾ ਰਹੇ ਤੇ ਅਸੀਂ ਦਿੱਲੀ ਕਮੇਟੀ ਨੂੰ ਦੇਣਾ, ਅਸੀਂ ਕਦੀ ਵੀ ਨਹੀਂ ਕਵਾਂਗੇ। ਅਸੀਂ ਸ਼੍ਰੋਮਣੀ ਕਮੇਟੀ ਨੂੰ ਕਵਾਂਗੇ ਤੁਸੀਂ ਟੇਕ ਓਵਰ ਕਰੋ, ਅਗਰ ਨਹੀਂ ਸੰਭਾਲ ਪਾ ਰਹੇ ਤੇ ਜਗ੍ਹਾ ਨੂੰ ਸੰਭਾਲੋ। ਜੇ ਦਿੱਲੀ 'ਚ ਤੁਹਾਨੂੰ ਕੋਈ ਇਹੋ ਜਿਹੀ ਚੀਜ਼ ਆਫਰ ਆਈ ਹੈ, ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ ਦਿੱਲੀ ਕਮੇਟੀ ਨੂੰ ਕਰੋ। ਤੁਹਾਡੇ ਨਾਲ ਹਰਮੀਤ ਸਿੰਘ ਦੇ ਨਾਲ ਤਕਰਾਰ ਹੋ ਸਕਦਾ ਹੈ, ਕਿਸੇ ABC ਨਾਲ ਹੋ ਸਕਦਾ ਹੈ, ਜਗਦੀਪ ਸਿੰਘ ਕਾਲੋ ਨਾਲ ਹੋ ਸਕਦਾ ਹੈ, ਤੁਹਾਡਾ ਵਿਕਰਮ ਸਿੰਘ ਨਾਲ ਹੋ ਸਕਦਾ ਹੈ, ਮਗਰ ਸੰਸਥਾਵਾਂ ਦਾ ਟਕਰਾਵ ਤੇ ਨਹੀਂ ਹੋਣਾ ਚਾਹੀਦਾ। ਤੁਸੀਂ ਸੰਸਥਾਵਾਂ ਦੇ ਟਕਰਾਵ ਕਰਵਾਉਣੇ ਸ਼ੁਰੂ ਕਰਤੇ ਨੇ। ਇਹ ਤੁਹਾਡੀ ਮੈਂਟੈਲਿਟੀ ਹੈ। ਫਿਰ ਤੁਸੀਂ ਕਹਿੰਦੇ ਹੋ ਲੋਕ ਸਾਨੂੰ ਵੋਟ ਪਾਣ। ਲੋਕ ਕਿੱਥੋਂ ਪਾਣਗੇ ਤੁਹਾਨੂੰ ਵੋਟ?
ਹਰਮੀਤ ਜੀ, ਪੰਜਾਬ ਦਾ ਮਾਹੌਲ ਤੁਸੀਂ ਇਸ ਵੇਲੇ ਦੇਖ ਰਹੇ ਹੋ। ਇੱਕ ਪਾਸੇ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਜਿਹੜਾ ਹੈ ਸਵਾਲ ਖੜੇ ਹੁੰਦੇ ਨੇ। ਅਸੀਂ ਰੋਜ਼ਾਨਾ ਦੇਖ ਰਹੇ ਹਾਂ ਕਿ ਫਿਰੌਤੀਆਂ ਹੋਵੇ, ਗੈਂਗਸਟਰਵਾਦ ਹੋਵੇ, ਇਹ ਸਾਰਾ ਕੁਝ ਵੱਧ ਰਿਹਾ ਹੈ। ਲੇਕਿਨ ਇਸ बीच ਇੱਕ ਹੋਰ ਚੀਜ਼ ਸਾਹਮਣੇ ਆਈ ਹੈ ਜਿਹੜੀ ਕਿ ਅੰਮ੍ਰਿਤਪਾਲ ਸਿੰਘ ਦੀ ਸਟੇਟਮੈਂਟਸ ਲਗਾਤਾਰ ਸਾਹਮਣੇ ਆ ਰਹੀਆਂ ਖਾਲਿਸਤਾਨ ਨੂੰ ਲੈ ਕੇ। ਇਸ ਪੂਰੇ ਵਿਸ਼ੇ ਉੱਤੇ ਤੁਹਾਡਾ ਕੀ ਟੇਕ ਹੈ? ਦੇਖੋ, ਪਹਿਲੀ ਗੱਲ ਤੇ ਨਾ ਮੇਰੀ ਕੋਈ ਉਹਨਾਂ ਨਾਲ ਜਾਣ ਪਛਾਣ ਹੈ ਤੇ ਨਾ ਮੈਨੂੰ ਉਹਨਾਂ ਬਾਰੇ ਕੋਈ ਜ਼ਿਆਦਾ ਡਿਟੇਲ ਪਤਾ ਹੈ। ਬਟ ਮੈਨੂੰ ਪਤਾ ਹੈ ਕਿ ਇੱਕ ਨੌਜਵਾਨ ਅੱਜ ਦੀ ਡੇਟ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਦਾ ਹੈ, ਖੰਡੇ ਬਾਟੇ ਦੇ ਪੌਲ ਦੀ ਗੱਲ ਕਰਦਾ ਹੈ, ਤੇ ਉਹਨਾਂ ਨੂੰ ਉਹਦਾ ਸਾਥ ਲੋਕਾਂ ਨੂੰ ਦੇਣਾ ਚਾਹੀਦਾ ਹੈ। ਜੇ ਉਹ ਪੋਲੀਟੀਕਲ ਵਾਲੇ ਪਾਸੇ ਚੱਲਦੇ ਨੇ ਤੇ ਲੋਕਾਂ ਦਾ ਆਪਣਾ ਡਿਸੀਜਨ ਹੋਏਗਾ, ਲੋਕਾਂ ਨੇ ਉਹਦੇ ਨਾਲ ਚੱਲਣਾ ਹੈ ਕਿ ਨਹੀਂ ਚੱਲਣਾ। ਮਗਰ ਜਦ ਤੱਕ ਉਹ ਗੁਰੂ ਦੇ ਨਾਲ ਜੋੜ ਰਿਹਾ, ਜੋ ਅੰਮ੍ਰਿਤ ਸੰਚਾਰ ਕਰਾ ਰਿਹਾ, ਅਗਰ ਦਿੱਲੀ ਆ ਕੇ ਮੈਨੂੰ ਕਹੇ ਕਿ ਮੈਂ ਅੰਮ੍ਰਿਤ ਸੰਚਾਰ ਕਰਾਉਣਾ ਹੈ ਤੇ ਮੈਂ ਉਹਦਾ ਸਾਥ ਕਿਉਂ ਨਹੀਂ ਦੇਵਾਂਗਾ, ਜ਼ਰੂਰ ਦੇਵਾਂਗਾ। ਹੁਣ ਉਹ ਅੱਜ ਉਹਦੇ ਉੱਤੇ ਕਿੰਤੂ ਪਰੰਤੂਆਂ ਕਰਨੀਆਂ ਸ਼ੁਰੂ ਕਰਤੀਆਂ। ਕੋਈ ਕਹਿੰਦਾ ਜੀ ਏਜੰਸੀਆਂ ਦੇ ਬੰਦੇ ਨੇ, ਕੋਈ ਕਹਿ ਰਿਹਾ ਜੀ ਪਾਕਿਸਤਾਨ ਤੋਂ ਆਇਆ, ਕੋਈ ਕਹਿ ਰਿਹਾ ਬਾਦਲਾਂ ਦੇ ਖੜੇ। ਮੈਂ ਕਹਿ ਰਿਹਾ ਜੀ ਜਿਹਦਾ ਵੀ ਹੋਏ, ਮਗਰ ਗੱਲ ਤੇ ਉਸ ਵਕਤ ਗੁਰੂ ਦੀ ਕਰ ਰਿਹਾ। ਜਿਸ ਦਿਨ ਗੁਰੂ ਦੀ ਗੱਲ ਤੋਂ ਸਾਈਡ ਤੇ ਹਟ ਕੇ ਗੱਲ ਕਰੇਗਾ, ਫਿਰ ਉਹਦੇ ਬਾਰੇ ਜਵਾਬ ਦੇਵਾਂਗੇ। ਅੱਜ ਮੈਨੂੰ ਲੱਗਦਾ ਹੈ ਕਿ ਜੋ ਜਿਸ ਪਾਸੇ ਵੱਲ ਚੱਲ ਰਿਹਾ, ਵਾਕਈ ਪੰਜਾਬ ਦੀ ਧਰਤੀ ਤੇ ਲੋੜ ਸੀ। ਜੇ ਮੈਂ ਅਗਰ ਉੱਥੇ ਗਿਆ ਉਹ ਧਰਮ ਪ੍ਰਚਾਰ ਦਾ, ਧਰਮ ਜਾਗਰੂਕਤਾ ਦਾ, ਮੈਂ ਜਿਹੜੀ ਆਪਣੀ ਗੱਲ ਕੀਤੀ ਸੀ, ਤੁਸੀਂ ਉਸ ਪਾਸੇ ਨਹੀਂ ਲੈ ਕੇ ਗਏ ਕਿ ਇਹ ਜਿਹੜੀਆਂ ਜਥੇਬੰਦੀਆਂ ਬਣੀਆਂ, ਕਿਉਂਕਿ ਮੈਂ ਜਥੇਬੰਦੀ ਦਾ ਨਾਮ ਮੇਰੇ ਮਾਈਂਡ 'ਚੋਂ ਸਲਿਪ ਹੋ ਰਿਹਾ ਸੀ ਇਹਨਾਂ ਵਾਲੀ ਦਾ, ਮੈਂ ਜਾਗਤੀ ਜ਼ਮੀਰ ਵਾਲੇ ਕਹਿ ਦਿੱਤਾ ਸੀ, ਜਿਹੜੀ ਇਹਨਾਂ ਦੀ ਵਾਰਿਸ ਪੰਜਾਬ ਦੇ, ਇਹ ਸਾਰੀਆਂ ਇੱਕ ਜਾਗਰੂਕਤਾ ਲਹਿਰ ਦਾ ਹਿੱਸਾ ਨੇ। ਜੇ ਅਗਰ ਵਾਰਿਸ ਪੰਜਾਬ ਦੇ ਮੁੰਡੇ ਖੜੇ ਹੋਏ ਨੇ ਔਰ ਉਹ ਬੱਚਿਆਂ ਨੂੰ ਕੀ ਕਹਿੰਦੇ ਅੰਮ੍ਰਿਤ ਪਾਨ ਵੱਲ ਕਰਾ ਰਹੇ ਨੇ, ਕਰਾਉਣ। ਬਾਕੀ ਜਿਹੜੀਆਂ ਇਹਨਾਂ ਦੀਆਂ ਖਾਲਿਸਤਾਨ ਦੀਆਂ ਜਾਂ ਇਹੋ ਜਿਹੀਆਂ ਡਿਮਾਂਡਾਂ ਨੇ, ਉਹਦੇ ਨਾਲ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਹੈ। ਦਿੱਲੀ ਦੇ ਜਾਂ ਪੰਜਾਬ ਦੇ ਬਾਹਰ ਵਸਦਾ ਸਿੱਖ ਮੈਨੂੰ ਨਹੀਂ ਲੱਗਦਾ ਕਿ ਕਦੀ ਉਹਨਾਂ ਦੀ ਹਮਾਇਤ ਵਿੱਚ ਉਤਰੇਗਾ। ਪਰ ਸਰਕਾਰਾਂ ਵੱਲੋਂ ਜਿਹੜੀ ਉਹਨਾਂ ਦੀ ਸੰਸਥਾ ਹੈ, ਇਸ ਉੱਤੇ ਵੀ ਜਿਹੜਾ ਹੈ ਜਾਂਚ ਦੇ ਲਈ ਕਿਹਾ ਗਿਆ ਹੈ। ਦੇਖੋ, ਇਹ ਸਰਕਾਰਾਂ ਦਾ ਕੰਮ ਹੈ। ਇਹਦੇ ਬਾਰੇ ਅਸੀਂ ਇਟ ਇਜ਼ ਟੂ ਅਰਲੀ ਟੂ ਸੇ ਕਿ ਵੀ ਉਹ ਕੀ ਕਿੱਥੋਂ ਆਏ ਨੇ, ਕੀ ਨਹੀਂ ਹੈ। ਬਟ ਮੇਰਾ ਤਾਂ ਇੱਕੋ ਹੈ ਕਿ ਅਗਰ ਗੁਰੂ ਦੀ ਗੱਲ ਕਰਦਾ ਤਾਂ ਸਾਨੂੰ ਉਹਦੀ ਗੱਲ ਸੁਣਨੀ ਵੀ ਚਾਹੀਦੀ ਹੈ ਔਰ ਅੱਗੇ ਲੋਕਾਂ ਨੂੰ ਪਹੁੰਚਾਉਣੀ ਵੀ ਚਾਹੀਦੀ ਹੈ। ਅੱਗੇ ਦਾ ਕੀ ਕੁਝ ਪਲਾਨ ਹੈ? ਕੀ ਕੁਝ ਪੰਜਾਬ ਦੇ ਲਈ, ਪੰਜਾਬ ਦੇ ਵਿੱਚ ਜਿਹੜੇ ਸਿੱਖ ਬੈਠੇ ਨੇ, ਉਹ ਕੀ ਕੁਝ ਐਕਸਪੈਕਟ ਕਰ ਸਕਦੇ ਨੇ? ਦੇਖੋ, ਪਲਾਨ ਤੇ ਸਾਡੇ ਦਿਲਾਂ 'ਚ ਬਹੁਤ ਨੇ, ਮਗਰ ਅਸੀਂ ਆਪਣੀ ਮਰਿਆਦਾ ਨਾਲ ਬਣੇ ਹੋਏ ਹਾਂ। ਮੈਂ ਜਿਹੜੀ ਗੱਲ ਤੁਹਾਨੂੰ ਹੁਣੇ ਕੀਤੀ ਕਿ ਸਾਡੇ ਦਿੱਲੀ ਕਮੇਟੀ ਦਾ ਵੀ ਇੱਕ ਐਕਟ ਹੈ, ਸ਼੍ਰੋਮਣੀ ਕਮੇਟੀ ਦੇ ਵੀ ਇੱਕ ਐਕਟ ਨੇ, ਔਰ ਉਹਦੇ ਵਿੱਚ ਬਾਉਂਡੇਸ਼ਨਸ ਨੇ ਕਿ ਤੁਸੀਂ ਕਿਸੇ ਹੋਰ ਟੈਰੀਟਰੀਜ਼ ਦੇ ਵਿੱਚ ਕਿੰਨੀ ਕੁ ਦਖਲਅੰਦਾਜ਼ੀ ਕਰਨੀ ਹੈ, ਕਿੰਨੀ ਨਹੀਂ। ਮਗਰ ਜਿੱਥੇ ਗੁਰੂ ਕਾ ਸਿੱਖ ਹੋਣ ਦੇ ਨਾਤੇ ਜੋ ਸਾਡਾ ਫਰਜ਼ ਬਣਦਾ, ਉਹ ਅਸੀਂ ਪੂਰੀ ਟੀਮ ਸਾਡੀ ਹਮੇਸ਼ਾ ਤਤਪਰ ਹੈ, ਅਸੀਂ ਸਾਰੇ ਕੰਮ ਕਰਾਂਗੇ। ਮਗਰ ਜਿਹੜੀਆਂ ਭਾਵੇਂ ਸਾਨੂੰ ਉਹਦੇ ਲਈ ਆਪਣੀ ਗੁਰਦੁਆਰਾ ਕਮੇਟੀ ਤੋਂ ਅਲੱਗ ਨਿਕਲ ਕੇ ਕਰਨਾ ਪਵੇ, ਸਾਨੂੰ ਕੋਈ ਦਿੱਕਤ ਨਹੀਂ ਹੈ। ਮਗਰ ਜਿੱਥੇ ਗੁਰਦੁਆਰੇ ਦੀ ਸੇਵਾ ਸੰਭਾਲਣ ਦੀ ਗੱਲ ਹੈ, ਅਸੀਂ ਆਪਣੇ ਦਿੱਲੀ ਦੇ ਕਈ ਇਹੋ ਜਿਹੇ ਇਸ਼ੂਜ਼ ਨੇ ਜਿਨ੍ਹਾਂ ਨੂੰ ਸੰਭਾਲ ਲਈਏ, ਤਾਂ ਮੈਂ ਸਮਝਦਾ ਬਹੁਤ ਵੱਡੀ ਗੱਲ ਹੋਈ। ਅੱਛਾ ਹਰਮੀਤ ਜੀ, ਜਿਸ ਹਿਸਾਬ ਨਾਲ ਪੰਜਾਬ ਦੀ ਮੈਂ ਪਹਿਲੇ ਵੀ ਗੱਲ ਕਰ ਰਹੀ, ਲਾਅ ਐਂਡ ਆਰਡਰ ਨੂੰ ਲੈ ਕੇ ਕੀ ਟੇਕ ਹੈ ਤੁਹਾਡਾ? ਪੰਜਾਬ ਦਾ ਲਾਅ ਐਂਡ ਆਰਡਰ ਪਿਛਲੇ 8 ਮਹੀਨਿਆਂ 'ਚ ਬਿਲਕੁਲ ਵਰਸਟ ਹੋ ਗਿਆ। ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਦ ਤੋਂ ਆਈ ਹੈ, ਬਿਲਕੁਲ ਤੁਹਾਡੇ ਸਾਹਮਣੇ ਵੀ ਜੋ ਕੁਝ ਹੋਇਆ, ਚਾਹੇ ਉਹ ਮੂਸੇਵਾਲੇ ਦੀ ਗੱਲ ਕਰ ਰਹੀ ਹੈ, ਗੈਂਗ ਵਾਰ ਜਿਸ ਹਿਸਾਬ ਨਾਲ ਵਧੀ ਹੈ, ਉਹਦਾ ਕਾਰਨ ਹੈ ਵੀ ਕਿ ਜਿਹੜੇ ਬੰਦਿਆਂ ਨੂੰ ਅੱਜ ਸੱਤਾ ਜਿਨ੍ਹਾਂ ਦੇ ਹੱਥ 'ਚ ਆਈ ਹੈ, ਉਹਨਾਂ ਨੇ ਕਦੀ ਅੱਜ ਤੱਕ ਪੰਚਾਇਤ ਦੀ ਇਲੈਕਸ਼ਨ ਨਹੀਂ ਲੜੀਆਂ ਸੀ। ਜਿਹੜੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ, ਇਹ ਲੋਕ 100 ਸਾਲ ਪੁਰਾਣੀਆਂ ਪਾਰਟੀਆਂ ਨੇ। ਇਹਨਾਂ ਲੋਕਾਂ ਨੂੰ ਐਡਮਿਨਿਸਟ੍ਰੇਸ਼ਨ ਚਲਾਉਣੀਆਂ ਆਉਂਦੀਆਂ ਨੇ, ਇਹਨਾਂ ਦੇ ਉੱਤੇ ਕਮਾਂਡ ਰਿਹਾ, ਇਹਨਾਂ ਨੇ ਇਹਦੇ ਉੱਤੇ ਰੂਲ ਕੀਤਾ ਔਰ ਇਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਵੀ ਦੇਖਣਾ, ਬਿਊਰੋਕ੍ਰੇਸੀ ਨੂੰ ਵੀ ਸੰਭਾਲਣਾ। ਅੱਜ ਸਾਰੀ ਬਿਊਰੋਕ੍ਰੇਸੀ ਇਹਨਾਂ 'ਤੇ ਹਾਵੀ ਹੋ ਰੱਖੀ ਹੈ। ਨਾ ਇਹਨਾਂ ਨੂੰ ਪਤਾ ਹੈ। ਹੁਣ ਭਗਵੰਤ ਮਾਨ ਜੀ ਦੇ ਬਾਰੇ ਮੈਂ ਕੀ ਕਹਾਂ ਕਿ ਜਿਸ ਆਦਮੀ ਨੂੰ ਇੰਨੀ ਨਹੀਂ ਪਤਾ ਕਿ ਮੈਂ ਇੱਕ ਪੰਜਾਬ ਦੇ ਵਿੱਚ ਇੱਕ ਬਾਈ ਇਲੈਕਸ਼ਨ ਚੱਲ ਰਹੀ ਹੈ, ਉਹਦੇ ਵਿੱਚ ਉਹ ਅਰਵਿੰਦ ਕੇਜਰੀਵਾਲ ਵਰਗੇ ਦੀ ਗੱਡੀ ਦੇ ਪਿੱਛੇ ਲਟਕ ਕੇ ਪੰਜਾਬ ਦਾ ਸੀਐਮ ਖੜੇ ਹੋਏਗਾ, ਤੇ ਤੁਸੀਂ ਉੱਥੋਂ ਅਸੈਸ ਕਰ ਸਕਦੇ ਹੋ ਕਿ ਪੰਜਾਬ ਦੇ ਸੀਐਮ ਨੂੰ ਕਿੰਨੀ ਕੁ ਨੌਲੇਜ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ ਦੀ। ਸੋ ਇਹ ਗੱਲਾਂ ਸਾਹਮਣੇ ਨੇ ਕਿ ਬਹੁਤ ਇਸ ਵਕਤ ਕੀ ਕਹਿੰਦੇ ਨੇ ਹਾਲਾਤ ਬੁਰੇ ਨੇ, ਮਗਰ ਇਟਸ ਅ ਲੌਂਗ ਵੇ। ਬੜੀ ਲੰਬੀਆਂ ਵੋਟਾਂ ਤੋਂ ਜਿੱਤ ਕੇ ਆਏ ਹੋਏ ਨੇ, ਬੜੀ ਲੰਬੀ ਸੀਟਾਂ ਨੇ ਤੇ ਹਲੇ 4 ਸਾਲ ਪਏ ਨੇ। ਮਗਰ ਅਸੀਂ ਤਾਂ ਰੋਜ਼ ਆਪਣੀ ਅਰਦਾਸ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਧਿਆਨ ਰੱਖਦੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਹਮੇਸ਼ਾ ਭਲਾ ਹੋਏ, ਪੰਜਾਬ ਦੇ ਲੋਕ ਸੁਖੀ ਰਹਿਣ, ਐਸੀਆਂ ਸਰਕਾਰਾਂ ਤੋਂ ਉਹਨਾਂ ਨੂੰ ਨਿਜਾਤ ਮਿਲੇ। ਜਿਸ ਤਰੀਕੇ ਦੇ ਨਾਲ ਹੁਣ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਜਿਹੜਾ ਸਰਨਾ ਹੋਰੀ ਦਾ ਜਿਹੜਾ ਮਰਜ ਹੋਇਆ ਹੈ, ਇਸ ਮਰਜ ਨੂੰ ਕਿੱਥੇ ਦੇਖਦੇ ਹੋ ਕਿ ਬੈਨੀਫਿਟ ਹੋਏਗਾ, ਕਿ ਕਿਉਂ ਕੀਤਾ ਗਿਆ? ਦੇਖੋ, ਪਹਿਲੀ ਗੱਲ ਤੇ ਇਹ ਮਰਜਰ ਜਿਹਨੂੰ ਪੰਥਕ ਇਕੱਤਰਤਾ, ਪੰਥਕ ਮੇਲ ਦੇਣ ਦੀ ਗੱਲ ਕੀਤੀ ਕਿ ਇਹ ਪੰਥਕ ਮੇਲ ਨਹੀਂ ਹੈ, ਨਾ ਪੰਥਕ ਇਕੱਤਰਤਾ ਹੈ। ਪੰਥ ਸਿਰਫ ਬਾਦਲ ਪਰਿਵਾਰ ਔਰ ਸਰਨਾ ਪਰਿਵਾਰ ਦਾ ਨਹੀਂ, ਇੱਕ ਪਰਿਵਾਰਾਂ ਦਾ ਮੇਲ ਹੋਇਆ। ਔਰ ਮੈਂ ਆਪਣੀ ਇੰਟਰਵਿਊਜ਼ ਵਿੱਚ ਵੀ ਪਹਿਲੇ ਕਿਹਾ, ਆਪਣੀ ਪ੍ਰੈਸ ਕਾਨਫਰੰਸ ਵਿੱਚ ਵੀ ਗੱਲ ਕੀਤੀ ਸੀ, ਜਦ ਇਹ 9 ਤਰੀਕ ਨੂੰ ਕਰਨਾ, ਇਸ ਤੋਂ ਪਹਿਲੇ 2 ਤਰੀਕ ਦਾ ਪ੍ਰੋਗਰਾਮ ਸੀ, 9 ਤਰੀਕ ਨੂੰ ਉਹਨਾਂ ਦਾ ਹੋਇਆ।
ਇਸ ਤੋਂ ਪਹਿਲੇ 2 ਤਰੀਕ ਦਾ ਇਹਨਾਂ ਦਾ ਹੋਣਾ ਸੀ, ਜਿਹਦੇ ਵਿੱਚ ਸਰਦਾਰ ਹਰਵਿੰਦਰ ਸਿੰਘ ਸਰਨੇ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਸੀ। ਔਰ ਮੈਂ ਪ੍ਰੈਸ ਕਾਨਫਰੰਸ ਕਰਕੇ ਜਿਸ ਵਕਤ ਇਸ ਗੱਲ ਦਾ ਖੁਲਾਸਾ ਕੀਤਾ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਉੱਤੇ ਈਡੀ ਸੀਬੀਆਈ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਨਾਜਾਇਜ਼ ਨਸ਼ੇ ਦੀਆਂ ਫੈਕਟਰੀਆਂ ਨੇ ਪੰਜਾਬ ਦੇ ਵਿੱਚ, ਉਹਦੇ ਪਿੱਛੇ ਇੱਕ ਸਮਾਂ ਸੀ ਕਿ ਅਕਾਲੀ ਦਲ ਉਹਨਾਂ ਦੇ ਖਿਲਾਫ ਐਜੀਟੇਸ਼ਨਸ ਕਰਦਾ ਸੀ। ਅੱਜ ਇਹਨਾਂ ਨਾਲ ਗਲਵਕੜੀਆਂ ਪਾ ਰਹੇ ਨੇ। ਇਹ ਕਿਧਰੇ ਨਾ ਕਿਧਰੇ ਆਪਸ ਵਿੱਚ, ਕਿਉਂਕਿ ਸਾਨੂੰ ਯਾਦ ਹੈ ਕਿ ਮੈਂ ਤੇ ਪਿਛਲੇ 24 ਸਾਲਾਂ 'ਚ ਕੋਈ ਐਸਾ ਦਿਨ ਹੀ ਨਹੀਂ ਕਿ ਸਰਨਾ ਸਾਹਿਬ ਨੂੰ ਬਾਦਲ ਪਰਿਵਾਰ ਨੂੰ ਗਾਲਾਂ ਕੱਢਦੇ ਨਹੀਂ ਦੇਖਿਆ। ਜਦ ਇਹ ਕਹਿੰਦੇ ਸੀ ਕਦੀ ਇਹਨਾਂ ਨੂੰ ਚਿੱਟੇ ਦਾ ਵਪਾਰੀ, ਕਦੀ ਨਸ਼ਿਆਂ ਦੇ ਵਪਾਰੀ ਕਰ ਦਿੰਦੇ ਸੀ। ਅੱਜ ਇਹ ਜਿਹੜੇ ਨਸ਼ਾ ਵੇਚਣ ਵਾਲੇ ਵਪਾਰੀਆਂ ਦਾ ਮੇਲ ਹੋਇਆ, ਔਰ ਇਹ ਜਿਹੜਾ ਮੇਲ ਹੈ ਇਹਦੇ 'ਚ ਪੰਥ ਦਾ ਕੋਈ ਭਲਾ ਨਹੀਂ ਹੋਣਾ। ਇਹਨਾਂ ਦੇ ਪਰਿਵਾਰਾਂ ਦੀ ਆਪਸ ਵਿੱਚ ਕੋਈ ਸਾਂਝ ਹੋ ਜਾਏ, ਇਹਨਾਂ ਦੇ ਆਪਣੇ ਕੋਈ ਪਰਸਨਲ ਮੁਫਾਦ ਹੋਣ, ਮਗਰ ਜਿੱਥੇ ਤੱਕ ਪਬਲਿਕ ਦੇ ਵਿੱਚ ਗੱਲ ਹੈ, ਕੋਈ ਇਹਨਾਂ ਦੀ ਗੱਲ ਤੁਸੀਂ ਸੋਸ਼ਲ ਮੀਡੀਆ ਤੇ ਆਪ ਦੇਖ ਸਕਦੇ ਹੋ। ਸਰਨਾ ਸਾਹਿਬ ਦੀ ਜਿੰਨੇ ਲੋਕ ਸੁਹੇਲੇ ਪੜ ਰਹੇ ਨੇ ਇਸ ਵਕਤ, ਸਰਨਾ ਸਾਹਿਬ ਨੂੰ ਤੇ ਆਪ ਸ਼ਰਮ ਨਾਲ ਮੈਂ ਸਮਝਦਾ ਕਿ ਘਰੋਂ ਨਹੀਂ ਨਿਕਲਣਾ ਚਾਹੀਦਾ। ਮੈਂ ਵਰਡਸ ਕੁਝ ਹੋਰ ਬੋਲਣਾ ਚਾਹ ਰਿਹਾ ਸੀ, ਬਟ ਮੇਰੀ ਮਰਿਆਦਾ ਨਹੀਂ ਕਹਿੰਦੀ, ਕਿਉਂਕਿ ਉਮਰ ਦੇ ਬੜੇ ਵੱਡੇ ਨੇ। ਮਗਰ ਇਹਨਾਂ ਨੂੰ ਆਪ ਸੋਚਣਾ ਚਾਹੀਦਾ ਹੈ ਕਿ ਅਸੀਂ ਅੱਜ ਕੀ ਕੀਤਾ ਹੈ। 24 ਸਾਲਾਂ ਤੋਂ ਜਿਸ ਬੰਦਿਆਂ ਨੂੰ ਬਿਨਾਂ ਕਿਸੇ ਸ਼ਰਤਾਂ ਦੇ, ਬਿਨਾਂ ਉਹਨਾਂ ਦੀਆਂ, ਕਿਹੜੀ ਐਸੀ ਚੇਂਜਸ ਆ ਗਏ ਬਾਦਲ ਪਰਿਵਾਰ ਦੇ ਵਿੱਚ, ਬਾਦਲਾਂ ਦੇ ਵਿੱਚ, ਕਿ ਤੁਸੀਂ ਇੱਕਦਮ ਸਭ ਕੁਝ ਛੱਡਤਾ ਔਰ ਤੁਸੀਂ ਪੰਥਕ ਇਕੱਤਰਤਾ ਦਾ ਨਾਮ ਲੈ ਰਹੇ ਹੋ। ਜੇ ਇਹ ਪੰਥਕ ਇਕੱਤਰਤਾ ਹੈ ਤੇ ਜਿਹੜਾ ਸਰਬੱਤ ਖਾਲਸਾ ਪੰਜਾਬ 'ਚ ਬੁਲਾਇਆ ਗਿਆ ਸੀ, ਜਿਹਦੀ ਤੁਸੀਂ ਹਿਮਾਇਤ ਕੀਤੀ ਸੀ, ਜਿਹੜੀ ਬਰਗਾੜੀ ਦਾ ਮੋਰਚਾ ਲੱਗਿਆ ਸੀ, ਜਿੱਥੇ ਤੁਹਾਡੀਆਂ ਆਪਣੀ ਮੌਜੂਦਗੀ ਉੱਥੇ ਰਹੀ ਹੈ, ਜਿਹਦੇ ਵਿੱਚ ਉੱਚੇ ਉੱਚੇ ਜੈਕਾਰੇ ਲਾ ਕੇ ਬਾਵਾਂ ਖੜੇ ਕਰਕੇ ਸਾਰਿਆਂ ਨੇ ਅਨਾਊਂਸ ਕੀਤਾ ਸੀ ਕਿ ਇਸ ਬਾਦਲ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਹੈ। ਅੱਜ ਉਸ ਪੰਥ ਨੂੰ ਛੱਡ ਆਇਓ, ਅੱਜ ਦੂਜੇ ਪੰਥ ਦੀ ਗੋਦ 'ਚ ਬੈਠ ਗਏ। ਪਹਿਲੇ ਤੁਸੀਂ ਪੰਥ ਦੀ ਡੈਫੀਨੇਸ਼ਨ ਤੇ ਦੱਸੋ ਸਰਨਾ ਸਾਹਿਬ ਕਿ ਤੁਹਾਡਾ ਪੰਥ ਹੈ ਕਿਹੜਾ। ਤੁਹਾਡਾ ਪੰਥ ਸਿਰਫ ਨੋਟ ਨੇ ਔਰ ਤੁਹਾਨੂੰ ਕੁਰਸੀ ਦੀ ਭੁੱਖ ਹੈ, ਹੋਰ ਕੁਝ ਨਹੀਂ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਹਰ ਇੱਕ ਸਵਾਲ ਦਾ ਬਹੁਤ ਹੀ ਬੇਬਾਕੀ ਦੇ ਨਾਲ ਇਹ ਕਹੀਏ ਦਿਲ ਖੋਲ ਕੇ ਜਵਾਬ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਹ ਸੀਗੇ ਸਾਡੇ ਨਾਲ ਹਰਮੀਤ ਸਿੰਘ ਕਾਲਕਾ ਜੀ, ਜਿਨ੍ਹਾਂ ਨੇ ਨਾ ਸਿਰਫ ਇਹ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਕੀ ਕੁਝ ਪਲਾਨਸ ਨੇ, ਦੂਜੇ ਪਾਸੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਵੀ ਇਹਨਾਂ ਦੀ ਸੰਸਥਾ ਵੱਲੋਂ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਸਿੱਖ ਜਥੇਬੰਦੀਆਂ ਹੈ ਉਹਨਾਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਏਗਾ। ਦਿੱਲੀ ਤੋਂ ਕੈਮਰਾ ਪਰਸਨ ਰਾਕੇਸ਼ ਦੇ ਨਾਲ ਪੂਜਾ ਵਰਮਾ, ਪੰਜਾਬ ਟੁਡੇ।